ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਵੇਖ ਰਹੇ ਹੋ ਡੋਰਸਟੈਪ ਐਜੂਕੇਸ਼ਨ ਪੁਆਇੰਟ। ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ। ਸੋ ਦੋਸਤੋ, ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬੀਐਡ ਦਾਖਲੇ ਨੂੰ ਲੈ ਕੇ ਗੱਲ ਕਰਨ ਜਾ ਰਹੇ ਹਾਂ। ਪੰਜਾਬ ਬੀਐਡ ਐਡਮਿਸ਼ਨ 2022 ਤੇ 23 ਦਾ ਜਿਹੜਾ ਸੈਸ਼ਨ ਹੈ ਜੀ, ਤੁਸੀਂ ਇਹਦੇ ਵਿੱਚ ਐਡਮਿਸ਼ਨ ਕਿਵੇਂ ਲੈ ਸਕਦੇ ਹੋ? ਕੀ ਤੁਹਾਨੂੰ ਕੋਈ ਐਂਟਰੈਂਸ ਟੈਸਟ ਦੇਣਾ ਪਵੇਗਾ? ਤੁਹਾਡੀ ਫੀਸ ਕਿੰਨੀ ਹੋਵੇਗੀ? ਆਨਲਾਈਨ ਅਪਲਾਈ ਤੁਸੀਂ ਕਿਵੇਂ ਕਰ ਸਕਦੇ ਹੋ? ਤੁਸੀਂ ਸਬਜੈਕਟ ਕੰਬੀਨੇਸ਼ਨ ਕਿਵੇਂ ਚੂਜ਼ ਕਰਨਾ ਹੈ? ਆਪਾਂ ਇਹਨਾਂ ਸਾਰੀਆਂ ਹੀ ਗੱਲਾਂ ਦੀ ਜਿਹੜੀ ਡਿਸਕਸ਼ਨ ਹੈ ਜੀ ਇਸ ਵੀਡੀਓ ਦੇ ਵਿੱਚ ਕਰਨ ਜਾ ਰਹੇ ਹਾਂ। ਸੋ ਦੋਸਤੋ, ਇਹ ਜਿਹੜੀ ਤੁਹਾਡੇ ਸਾਹਮਣੇ ਵੈਬਸਾਈਟ ਵਿਖ ਰਹੀ ਹੈ, ਤੁਸੀਂ ਇੱਥੇ ਜਾਣਾ ਕਿਵੇਂ ਹੈ? ਤੁਸੀਂ ਸਿੱਧਾ ਗੂਗਲ ਤੇ ਜਾਣਾ ਹੈ। ਗੂਗਲ ਤੇ ਤੁਸੀਂ ਸਰਚ ਕਰਨਾ ਹੈ ਪੰਜਾਬ ਬੀਐਡ। ਪੰਜਾਬ ਬੀਐਡ ਜਦੋਂ ਤੁਸੀਂ ਸਰਚ ਕਰਦੇ ਹੋ, ਤੁਹਾਡੇ ਸਾਹਮਣੇ ਇੱਕ ਆ ਪੇਜ ਓਪਨ ਹੁੰਦਾ ਹੈ, ਜਿੱਥੇ ਕਰਨਾ ਕਿ ਤੁਸੀਂ ਆ ਦੂਸਰੇ ਨੰਬਰ ਵਾਲਾ ਜਿਹੜਾ ਲਿੰਕ ਹੈ, ਜਿੱਥੇ ਲਿਖਿਆ ਹੋਇਆ punjabbeadadmission.org, ਇੱਥੇ ਤੁਸੀਂ ਕਲਿੱਕ ਕਰਦੇ ਹੋ ਤੇ ਇੱਥੇ ਤੁਹਾਡੇ ਸਾਹਮਣੇ ਆਹ ਵਾਲੀ ਵੈਬਸਾਈਟ ਓਪਨ ਹੁੰਦੀ ਹੈ ਤੇ ਇੱਥੇ ਲਿਖਿਆ ਹੋਇਆ ਜੁਆਇੰਟ ਬੀਐਡ ਐਡਮਿਸ਼ਨ 2022 ਤੇ ਇਹ ਜਿਹੜਾ ਐਂਟਰੈਂਸ ਟੈਸਟ ਲਿਆ ਜਾਵੇਗਾ ਤੁਹਾਡਾ ਸਾਰਿਆਂ ਨੂੰ ਪਹਿਲਾਂ, ਤੇ ਇਸ ਤੋਂ ਬਾਅਦ ਹੀ ਤੁਹਾਨੂੰ ਐਡਮਿਸ਼ਨ ਮਿਲੇਗੀ। ਤੇ ਐਂਟਰੈਂਸ ਟੈਸਟ ਤੁਸੀਂ ਦੇਣਾ ਕਿਵੇਂ ਹੈ? ਇਹਦੇ ਲਈ ਤੁਹਾਨੂੰ ਆਨਲਾਈਨ ਅਪਲਾਈ ਕਰਨਾ ਪਵੇਗਾ। ਆਨਲਾਈਨ ਅਪਲਾਈ ਕਰਨਾ ਕਿਵੇਂ ਹੈ, ਇਹਦੇ ਬਾਰੇ ਆਪਾਂ ਪਹਿਲਾਂ ਗੱਲ ਕਰ ਲੈਂਦੇ ਹਾਂ। ਸੋ ਦੋਸਤੋ, ਸਾਰਿਆਂ ਨੂੰ ਪਹਿਲਾਂ ਮੈਂ ਇਹ ਗੱਲ ਕਲੀਅਰ ਕਰ ਦਿੰਨਾ ਕਿ ਇਹ ਜਿਹੜਾ ਐਂਟਰੈਂਸ ਟੈਸਟ ਹੈ, ਇਹਨੂੰ ਕੰਡਕਟ ਕੌਣ ਕਰਵਾ ਰਿਹਾ ਹੈ? ਇਹਨੂੰ ਕੰਡਕਟ ਕਰਵਾ ਰਹੀ ਹੈ ਤੁਹਾਡੀ ਯੂਨੀਵਰਸਿਟੀ ਗੁਰੂ ਨਾਨਕ ਦੇਵ ਯੂਨੀਵਰਸਿਟੀ। ਤੁਹਾਨੂੰ ਮੇਨਲੀ ਪਤਾ ਹੋਊਗਾ ਪੰਜਾਬ ਦੇ ਵਿੱਚ 3 ਯੂਨੀਵਰਸਿਟੀਆਂ ਵੇਖਣ ਨੂੰ ਮਿਲਦੀਆਂ ਨੇ ਜੀ। ਇੱਕ ਤਾਂ ਹੋ ਗਈ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਤੀਜੀ ਹੈਗੀ ਤੁਹਾਡੀ ਜੀਐਨਡੀਯੂ। ਠੀਕ ਹੈ ਜੀ, ਜਿਨ੍ਹਾਂ ਨੇ ਮਤਲਬ ਇਹ ਐਗਜ਼ਾਮ ਕੰਡਕਟ ਕਰਵਾਉਣਾ ਹੈ। ਹਰ 2 ਸਾਲ ਮਗਰੋਂ ਹਰ ਯੂਨੀਵਰਸਿਟੀ ਨੂੰ ਮੌਕਾ ਮਿਲਦਾ ਹੈ ਕਿ ਉਹ ਕੀ ਕਰੇਗੀ। ਉਹਦੀ ਰਿਸਪੌਂਸਿਬਿਲਟੀ ਹੁੰਦੀ ਹੈ ਕਿ ਜਿਹੜੀਆਂ ਬੀਐਡ ਦੇ ਵਿੱਚ ਸਰਕਾਰੀ ਜਿਹੜੀਆਂ ਸੀਟਸ ਹੁੰਦੀਆਂ ਨੇ ਜਾਂ ਫਿਰ ਜਿੰਨੀਆਂ ਵੀ ਸੀਟਸ ਦਿੱਤੀਆਂ ਜਾਂਦੀਆਂ ਨੇ, ਇਹਨਾਂ ਨੇ ਐਗਜ਼ਾਮ ਦੇ ਥਰੂ ਜਾਂ ਫਿਰ ਮੈਰਿਟ ਲਿਸਟ ਦੇ ਥਰੂ ਇਹਨਾਂ ਨੇ ਕੀ ਕਰਨੀਆਂ ਹੁੰਦੀਆਂ ਨੇ ਜੀ, ਸਟੂਡੈਂਟ ਨੂੰ ਅਲਾਟ ਕਰਨੀਆਂ ਹੁੰਦੀਆਂ ਨੇ। ਸੋ ਉਹ ਹੁਣ ਉਹ ਯੂਨੀਵਰਸਿਟੀ ਤੇ ਡਿਪੈਂਡ ਕਰਦਾ ਉਹ ਕਿਵੇਂ ਇਹਨਾਂ ਸੀਟਸ ਨੂੰ ਮਤਲਬ ਕਿ ਅਲਾਟ ਕਰੇ ਬੱਚਿਆਂ ਨੂੰ। ਪਹਿਲਾਂ ਜੇਕਰ ਆਪਾਂ ਗੱਲ ਕਰੀਏ ਤੇ ਕੋਵਿਡ ਕਰਕੇ ਇਹਨਾਂ ਨੇ ਐਂਟਰੈਂਸ ਟੈਸਟ ਨਹੀਂ ਲਿਆ ਸੀਗਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ, ਜਦੋਂ ਉਹਨਾਂ ਨੂੰ ਇਹ ਰਿਸਪੌਂਸਿਬਿਲਟੀ ਦਿੱਤੀ ਗਈ ਸੀ ਕਿ ਤੁਸੀਂ ਬੱਚਿਆਂ ਦੀਆਂ ਜਿਹੜੀਆਂ ਐਡਮਿਸ਼ਨਾਂ ਹੈਗੀਆਂ ਨੇ ਜੀ, ਉਹ ਤੁਹਾਡੇ ਥਰੂ ਹੋਣਗੀਆਂ। ਸੋ ਦੋਸਤੋ, ਬਟ ਐਤਕੀ ਇਹਨਾਂ ਨੇ ਕੀਤਾ ਕੀ ਹੈ? ਐਤਕੀ ਇਹਨਾਂ ਨੇ ਐਂਟਰੈਂਸ ਟੈਸਟ ਲੈਣਾ ਹੈ। ਆਪਾਂ ਇਹਦੇ ਸਿਲੇਬਸ ਬਾਰੇ ਵੀ ਗੱਲ ਕਰਾਂਗੇ ਕਿ ਇਹਦਾ ਜਿਹੜਾ ਐਂਟਰੈਂਸ ਟੈਸਟ ਹੁੰਦਾ ਹੈ ਕਿੰਨੇ ਮਾਰਕਸ ਦਾ ਹੁੰਦਾ ਹੈ, ਤੁਹਾਨੂੰ ਕਿੰਨਾ ਸਮਾਂ ਦਿੱਤਾ ਜਾਂਦਾ ਹੈ ਇਸ ਪੇਪਰ ਨੂੰ ਅਟੈਂਪਟ ਕਰਨ ਲਈ। ਸੋ ਦੋਸਤੋ, ਵੀਡੀਓ ਨੂੰ ਕਰਦੇ ਹਾਂ ਸ਼ੁਰੂ। ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਇਸ ਚੈਨਲ ਤੇ ਨਵੇਂ ਹੋ, ਇਸ ਚੈਨਲ ਨੂੰ ਹਜੇ ਵੀ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਸਬਸਕ੍ਰਾਈਬ ਬਟਨ ਤੇ ਜਰੂਰ ਕਲਿੱਕ ਕਰ ਲਿਓ ਜੀ, ਤੇ ਆਉਣ ਵਾਲੀਆਂ ਵੀਡੀਓਜ਼ ਨੂੰ ਮਿਸ ਨਾ ਕਰਨ ਲਈ ਜਿਹੜਾ ਬੈਲ ਆਈਕਨ ਹੈ ਉਹ ਵੀ ਪ੍ਰੈਸ ਕਰ ਲਿਓ। ਸੋ ਸਾਰਿਆਂ ਨਾਲੋਂ ਪਹਿਲਾਂ ਮੈਂ ਇੱਕ ਬੇਸਿਕ ਜਿਹੜੀ ਜਾਣਕਾਰੀ ਹੈਗੀ ਹੈ ਜੀ, ਉਹ ਤੁਹਾਨੂੰ ਮੈਂ ਪ੍ਰੋਵਾਈਡ ਕਰਵਾ ਦਿੰਨਾ ਕਿ ਤੁਸੀਂ ਇਹ ਜਿਹੜਾ ਆਨਲਾਈਨ ਫਾਰਮ ਹੈ ਤੁਸੀਂ ਭਰ ਕਿਵੇਂ ਸਕਦੇ ਹੋ। ਇੱਥੇ ਤੁਸੀਂ ਵੇਖ ਸਕਦੇ ਹੋ, ਭਾਵੇਂ ਤੁਸੀਂ ਫੋਨ ਤੇ ਅਪਲਾਈ ਕਰ ਲਓ, ਭਾਵੇਂ ਤੁਸੀਂ ਲੈਪਟਾਪ ਤੇ ਅਪਲਾਈ ਕਰ ਲਓ, ਇਹ ਗੱਲ ਮੈਟਰ ਨਹੀਂ ਕਰਦੀ। ਠੀਕ ਹੈ ਜੀ। ਸੋ ਇੱਥੇ ਸਾਰਿਆਂ ਨਾਲੋਂ ਪਹਿਲਾਂ ਤੁਸੀਂ ਆਨਲਾਈਨ ਰਜਿਸਟ੍ਰੇਸ਼ਨ ਕਰਨੀ ਹੈ। ਆਨਲਾਈਨ ਰਜਿਸਟ੍ਰੇਸ਼ਨ ਜਦੋਂ ਤੁਸੀਂ ਕਰਦੇ ਹੋ, ਜਿਵੇਂ ਕਿ ਮੈਂ ਇੱਕ ਵਾਰ ਚਲੋ ਕਲਿੱਕ ਕਰਕੇ ਦੱਸ ਦਿੰਨਾ, ਜਦੋਂ ਤੁਸੀਂ ਆਨਲਾਈਨ ਰਜਿਸਟ੍ਰੇਸ਼ਨ ਤੇ ਕਲਿੱਕ ਕਰਦੇ ਹੋ, ਇੱਥੇ ਤੁਹਾਡੀ ਜਿਹੜੀ ਕੈਂਡੀਡੇਟ ਨੇਮ ਕੀ ਹੈ ਜੀ, ਤੁਸੀਂ ਉਹ ਨੇਮ ਫਿਲ ਕਰਨਾ ਹੈ। ਤੁਹਾਡੇ ਪਾਪਾ ਦਾ ਨਾਮ ਫਿਲ ਕਰੋ, ਤੁਹਾਡੇ ਮਦਰ ਦਾ ਨੇਮ ਫਿਲ ਕਰੋ, ਜੈਂਡਰ ਫਿਲ ਕਰੋ, ਉਸ ਤੋਂ ਬਾਅਦ ਤੁਹਾਡੀ ਡੇਟ ਆਫ ਬਰਥ ਫਿਲ ਕਰੋ ਤੇ ਮੋਬਾਈਲ ਨੰਬਰ ਤੇ ਕਨਫਰਮ ਮੋਬਾਈਲ OTP, ਤੁਹਾਡੇ ਮੋਬਾਈਲ ਨੰਬਰ ਤੇ OTP ਆਵੇਗਾ। ਫਿਰ ਉਸ ਤੋਂ ਬਾਅਦ ਜਿਹੜੀ ਤੁਹਾਡੀ ਈਮੇਲ ਆਈਡੀ ਹੈਗੀ ਹੈ ਜੀ, ਉੱਤੇ ਵੀ OTP ਆਏਗਾ। ਉਹ OTP ਵਗੈਰਾ ਫਿਲ ਕਰਨ ਤੋਂ ਬਾਅਦ ਆਪ ਦਾ ਜਿਹੜਾ ਪਾਸਵਰਡ ਹੈਗਾ ਜੀ, ਉਹ ਤੁਸੀਂ ਕਰ ਲੈਣਾ ਹੈ, ਕ੍ਰੀਏਟ ਕਰ ਲੈਣਾ ਹੈ। ਇਹ ਸਾਰੀਆਂ ਗੱਲਾਂ ਹੋਣ ਤੋਂ ਬਾਅਦ ਤੁਸੀਂ ਕੀ ਕਰੋਗੇ ਜੀ, ਤੁਸੀਂ ਨਾ ਫਿਰ ਉਸ ਤੋਂ ਬਾਅਦ ਕੈਂਡੀਡੇਟ ਲੌਗਇਨ ਤੇ ਕਲਿੱਕ ਕਰਨਾ ਹੈ। ਹੁਣ ਜਦੋਂ ਤੁਸੀਂ ਕੈਂਡੀਡੇਟ ਲੌਗਇਨ ਤੇ ਕਲਿੱਕ ਕਰਦੇ ਹੋ, ਇੱਥੇ ਤੁਸੀਂ ਕਰਨਾ ਕੀ ਹੈ ਜੀ, ਇੱਥੇ ਤੁਸੀਂ ਜਿਹੜੀ ਈਮੇਲ ਆਈਡੀ ਉੱਥੇ ਫਿਲ ਕੀਤੀ ਸੀਗੀ, ਉਹ ਫਿਲ ਕਰਨ ਤੋਂ ਬਾਅਦ ਆਪ ਦਾ ਜਿਹੜਾ ਪਾਸਵਰਡ ਹੈਗਾ ਜੀ, ਤੁਸੀਂ ਉਹ ਫਿਲ ਕਰ ਦਿਓ। ਉਸ ਤੋਂ ਬਾਅਦ ਜਿਹੜੀ ਇਨਫੋਰਮੇਸ਼ਨ ਉਹ ਮੰਗਣਗੇ ਤੁਸੀਂ ਉਹ ਉੱਤੇ ਫਿਲ ਕਰਨੀਆਂ ਨੇ। ਜਿਵੇਂ ਕਿ ਉੱਥੇ ਕੈਂਡੀਡੇਟ ਡੈਸ਼ਬੋਰਡ ਹੋਵੇਗਾ, ਉੱਥੇ ਤੁਸੀਂ ਆਪ ਦਾ ਜਿਹੜਾ ਨਾਮ ਹੈ ਇਹ ਤੁਸੀਂ ਸਾਰਾ ਕੁਝ ਚੈੱਕ ਕਰ ਲਿਓ, ਐਂਡ ਜਿੰਨੀ ਵੀ ਇਨਫੋਰਮੇਸ਼ਨ ਉਹਨਾਂ ਵੱਲੋਂ ਮੰਗੀ ਜਾਂਦੀ ਹੈ ਤੁਸੀਂ ਉਹ ਸਾਰੀ ਹੀ ਇਨਫੋਰਮੇਸ਼ਨ ਫਿਲ ਕਰ ਲੈਣੀ ਹੈ। ਤੇ ਦੋਸਤੋ, ਇੱਕ ਕਾਫੀ ਵੱਡਾ ਡਾਊਟ ਇਹ ਹੁੰਦਾ ਕਿ ਹੁਣ ਜਿਹੜੇ ਬੀਐਡ ਫਾਈਨਲ ਈਅਰ ਦੇ ਸਟੂਡੈਂਟ ਹੋਣਗੇ, ਉਹਨਾਂ ਦਾ ਰਿਜ਼ਲਟ ਨਹੀਂ ਆਇਆ ਹੋਣਾ ਤੇ ਐਗਜ਼ਾਮ ਵੀ ਨਹੀਂ ਹੋਏ ਹੋਣੇ, ਤੇ ਉਹ ਉੱਥੇ ਕਿਵੇਂ ਭਰਨਗੇ? ਕਿਉਂਕਿ ਜਦੋਂ ਤੱਕ ਤੁਸੀਂ ਆਪਦੇ ਫਾਈਨਲ ਈਅਰ ਦੇ ਜਿਹੜੇ ਨੰਬਰ ਹੈਗੇ ਆ ਜੀ ਉਹ ਫਿਲ ਨਹੀਂ ਕਰਦੇ, ਉਦੋਂ ਤੱਕ ਜਿਹੜੀ ਤੁਹਾਡੀ ਐਡਮਿਸ਼ਨ ਹੈ ਜੀ ਉਹ ਨਹੀਂ ਹੋਵੇਗੀ। ਉਹਨਾਂ ਬਾਰੇ ਵੀ ਆਪਾਂ ਲਾਸਟ ਤੇ ਗੱਲ ਕਰਾਂਗੇ। ਪਹਿਲਾਂ ਆਪਾਂ ਜਿਹੜੀ ਬੇਸਿਕ ਜਿਹੜੀ ਜਾਣਕਾਰੀ ਹੈਗੀ ਆ ਜੀ, ਇਹ ਮੈਂ ਤੁਹਾਨੂੰ ਪ੍ਰੋਵਾਈਡ ਕਰਵਾ ਦਾਂ ਕਿ ਜਦੋਂ ਤੁਸੀਂ ਇਹ ਸਾਰੀਆਂ ਇਨਫੋਰਮੇਸ਼ਨਾਂ ਫਿਲ ਕਰ ਲੈਂਦੇ ਹੋ ਕੈਂਡੀਡੇਟ ਲੌਗਇਨ ਤੋਂ ਬਾਅਦ, ਉਸ ਤੋਂ ਬਾਅਦ ਤੁਸੀਂ ਆਪਦੀ ਜਿਹੜੀ ਫੀਸ ਹੈਗੀ ਜੀ ਉਹ ਪੇ ਕਰਨ ਤੋਂ ਬਾਅਦ ਆਪਦਾ ਜਿਹੜਾ ਫਾਰਮ ਹੈ ਜੀ ਉਹ ਤੁਸੀਂ ਪ੍ਰਿੰਟ ਆਊਟ ਕਰਦੇ ਹੋ। ਤੇ ਇਸ ਤੋਂ ਬਾਅਦ ਕੀ ਕਹਿ ਸਕਦੇ ਆ ਜੀ, ਇਸ ਤੋਂ ਬਾਅਦ ਮਤਲਬ ਕਿ ਤੁਹਾਨੂੰ ਨਾ ਜਿਹੜਾ ਆਪਦਾ ਸਿਗਨੇਚਰ ਹੈ ਜੀ ਤੁਹਾਡਾ ਤੇ ਤੁਹਾਡੀ ਜਿਹੜੀ ਫੋਟੋ ਹੈਗੀ ਹੈ ਜੀ, ਉਹ ਵੀ ਤੁਹਾਨੂੰ ਉੱਥੇ ਅਪਲੋਡ ਕਰਨੀ ਪਵੇਗੀ। ਇਸ ਤੋਂ ਬਾਅਦ ਜਿਹੜੀਆਂ ਤੁਹਾਡੀਆਂ ਅਕੈਡਮਿਕ ਡਿਟੇਲਸ ਹੈਗੀਆਂ, ਜਿਵੇਂ ਕਿ ਤੁਹਾਡੀ 10ਵੀਂ ਦੇ ਨੰਬਰ, ਤੁਹਾਡੇ 12ਵੀਂ ਦੇ ਨੰਬਰ, ਤੁਹਾਡੇ ਗ੍ਰੈਜੂਏਸ਼ਨ ਦੇ ਨੰਬਰ, ਠੀਕ ਹੈ ਜੀ। ਸੋ ਇਹ ਸਾਰੀਆਂ ਹੀ ਗੱਲਾਂ ਉੱਥੇ ਕੀ ਕਰਨੀਆਂ ਪੈਣਗੀਆਂ ਜੀ, ਤੁਹਾਨੂੰ ਫਿਲ ਕਰਨੀਆਂ ਪੈਣਗੀਆਂ। ਉਸ ਤੋਂ ਬਾਅਦ ਜਿਹੜੀ ਬੇਸਿਕ ਡਿਟੇਲ ਹੈਗੀ ਆ, ਬੇਸਿਕ ਡਿਟੇਲ ਦੇ ਵਿੱਚ ਤੁਹਾਡਾ ਜਿਹੜਾ ਪਰਮਾਨੈਂਟ ਐਡਰੈਸ ਹੈ ਜੀ, ਜਾਂ ਫਿਰ ਤੁਹਾਡਾ ਜਿਹੜਾ ਕੋਰਸਪੋਂਡੈਂਸ ਐਡਰੈਸ ਹੈ, ਡੋਮਿਸਾਈਲ ਸਰਟੀਫਿਕੇਟ ਹੈ ਜੀ। ਹੁਣ ਤੁਸੀਂ ਕਹੋਗੇ ਕਿ ਸਰ ਸਾਨੂੰ ਡੋਮਿਸਾਈਲ ਸਰਟੀਫਿਕੇਟ ਦੀ ਕੀ ਲੋੜ?
ਕਿਉਂਕਿ ਦੋਸਤੋ ਕਾਫੀ ਸਾਰੇ ਜਿਹੜੇ ਸਟੂਡੈਂਟ ਹੁੰਦੇ ਨੇ ਜੀ ਉਹ ਪੰਜਾਬ ਦੇ ਹੋਣਗੇ, ਉਹਦੇ ਵਿੱਚੋਂ ਕੋਈ SC BC ਸਟੂਡੈਂਟ ਹੋਣਗੇ ਜਿਨ੍ਹਾਂ ਨੂੰ ਰਿਜ਼ਰਵੇਸ਼ਨ ਦਾ ਫਾਇਦਾ ਵੀ ਲੈਣਾ ਹੋਊਗਾ, ਜੋ ਜਿਹਦੇ ਕਰਕੇ ਉਹਨਾਂ ਨੂੰ ਡੋਮਿਸਾਈਲ ਜਿਹੜਾ ਸਰਟੀਫਿਕੇਟ ਹੈ ਜੀ ਉਹ ਉਹਨਾਂ ਨੂੰ ਪ੍ਰੋਵਾਈਡ ਕਰਾਉਣਾ ਪਊਗਾ। ਕਿਉਂਕਿ 85% ਜਿਹੜੀਆਂ ਸੀਟਸ ਨੇ ਟੋਟਲ ਪੰਜਾਬ ਦੇ ਵਿੱਚ ਜਿੰਨੀਆਂ ਵੀ ਸੀਟਸ ਨੇ ਉਹਦਾ 85% ਜਿਹੜੀਆਂ ਸੀਟਸ ਨੇ ਉਹ ਪੰਜਾਬ ਦੇ ਸਟੂਡੈਂਟਸ ਲਈ ਹੁੰਦੀਆਂ ਨੇ ਤੇ ਬਾਕੀ ਦੇ ਜਿਹੜੇ 15% ਜਿਹੜਾ ਕੋਟਾ ਹੈ ਜੀ ਉਹ ਅਦਰ ਸਟੇਟ ਨੂੰ ਦਿੱਤਾ ਜਾਂਦਾ ਹੈ। ਸੋ ਜਿਹਦੇ ਕਰਕੇ ਤੁਹਾਨੂੰ ਜਿਹੜਾ ਡੋਮਿਸਾਈਲ ਸਰਟੀਫਿਕੇਟ ਹੈ ਜੀ ਉਹ ਵੀ ਉੱਥੇ ਵਿਖਾਉਣਾ ਪਵੇਗਾ। ਤੇ ਦੋਸਤੋ ਜੇਕਰ ਮੰਨ ਲਓ ਕਿ ਕਿਸੇ ਸਟੂਡੈਂਟ ਦਾ ਜਿਹੜਾ ਰਿਜ਼ਲਟ ਹੈ ਜੀ ਫਾਈਨਲ ਈਅਰ ਦਾ ਉਹ ਹਜੇ ਨਹੀਂ ਆਇਆ ਤੇ ਉਹਨੂੰ ਵੀ ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ, ਕਿਉਂਕਿ ਉਹਨੂੰ ਲਾਸਟ ਵਿੱਚ ਜਿਹੜਾ ਮੌਕਾ ਹੈ ਜੀ ਉਹ ਦਿੱਤਾ ਜਾਵੇਗਾ ਜਿਹਦੇ ਵਿੱਚ ਉਹ ਆਪਦੇ ਜਿਹੜੇ ਨੰਬਰ ਹੈਗਾ ਜੀ ਉਹ ਫਿਲ ਕਰ ਸਕਦਾ ਹੈ ਫਾਈਨਲ ਕਾਉਂਸਲਿੰਗ ਤੋਂ ਪਹਿਲਾਂ। ਠੀਕ ਹੈ ਜੀ, ਹੁਣ ਆਪਾਂ ਗੱਲ ਕਰਦੇ ਹਾਂ ਬੇਸਿਕ ਡਿਟੇਲ। ਜਦੋਂ ਤੁਸੀਂ ਉੱਥੇ ਸਾਰੀ ਫਿਲ ਕਰ ਦਿੱਤੀ ਉਸ ਤੋਂ ਬਾਅਦ ਤੁਹਾਨੂੰ ਉੱਥੇ ਕੋਰਸ ਸਿਲੈਕਸ਼ਨ ਐਂਡ ਐਪਲੀਕੇਸ਼ਨ ਫੀ ਪੇਮੈਂਟ ਕਰਨੀ ਪੈਣੀ ਆ, ਜਿਹਦੇ ਵਿੱਚ ਰੈਗੂਲਰ ਬੀਐਡ ਪ੍ਰੋਗਰਾਮ, ਬੀਐਡ ਸਪੈਸ਼ਲ ਐਜੂਕੇਸ਼ਨ ਪ੍ਰੋਗਰਾਮ ਤੇ ਬੋਥ। ਠੀਕ ਹੈ ਜੀ, ਮਤਲਬ ਇਹ ਦੋ ਪ੍ਰੋਗਰਾਮ ਹੁੰਦੇ ਨੇ ਜੀ। ਮੇਨਲੀ ਕਾਫੀ ਸਾਰੇ ਜਿਹੜੇ ਸਟੂਡੈਂਟ ਨੇ ਉਹਨਾਂ ਨੇ ਤਾਂ ਚਲੋ ਰੈਗੂਲਰ ਬੀਐਡ ਪ੍ਰੋਗਰਾਮ ਹੀ ਉੱਥੇ ਚੂਜ਼ ਕਰਨਗੇ ਤੇ ਉਸ ਤੋਂ ਬਾਅਦ ਤੁਸੀਂ ਆਪਦੀ ਜਿਹੜੀ ਫੀਸ ਹੈਗੀ ਹੈ ਜੀ ਉਹ ਪੇ ਕਰ ਦੋਗੇ। ਜਿਵੇਂ ਕਿ ਆਪਾਂ ਫੀਸ ਦੀ ਗੱਲ ਕਰੀਏ ਤੇ ਜਨਰਲ ਕੈਟਾਗਰੀ ਵਾਲੇ ਸਟੂਡੈਂਟ ਦੀ ਜਿਹੜੀ ਫੀਸ ਹੈਗੀ ਹੈ ਜੀ ਇਹ ਫਾਰਮ ਭਰਨ ਦੀ ਤੇ ਤੁਹਾਡੇ ਐਗਜ਼ਾਮ ਦੀ। ਠੀਕ ਹੈ ਜੀ, ਮਤਲਬ ਜਿਹੜਾ ਐਂਟਰੈਂਸ ਟੈਸਟ ਲਿਆ ਜਾਵੇਗਾ ਉਹਦੀ ਜੇ ਆਪਾਂ ਫੀਸ ਦਸੀਏ ਟੋਟਲ ਤੇ ਇਹ ਹੈਗੀ ਹੈ ਜੀ 2400 ਰਜਿਸਟ੍ਰੇਸ਼ਨ ਦੇ ਨਾਲ ਐਗਜ਼ਾਮ ਫੀਸ ਦੀ ਮੈਂ ਗੱਲ ਕਰ ਰਿਹਾ। ਤੇ ਜੇਕਰ ਆਪਾਂ ਗੱਲ ਕਰੀਏ ਜਿਹੜੇ ਰਿਜ਼ਰਵਡ ਕੈਟਾਗਰੀ ਵਾਲੇ ਸਟੂਡੈਂਟ ਹੁੰਦੇ ਨੇ ਜੀ SC ST PWD ਜਿਹੜੇ ਕੈਂਡੀਡੇਟਸ ਹੁੰਦੇ ਨੇ ਉਹਨਾਂ ਦੀ ਜਿਹੜੀ ਫੀਸ ਹੈਗੀ ਹੈ ਜੀ ਉਹ ਲਗਭਗ ਹੈਗੀ ਹੈ ਜੀ 1200। ਠੀਕ ਹੈ ਜੀ, ਇਹ ਤੁਸੀਂ ਜਿਵੇਂ ਮਰਜ਼ੀ ਪੇ ਕਰ ਸਕਦੇ ਹੋ, ਭਾਵੇਂ UPI ਤੋਂ ਕਰ ਦੋ, ਕਾਰਡ ਤੋਂ ਕਰ ਦੋ, ਠੀਕ ਹੈ ਜੀ, ਡੈਬਿਟ ਕਾਰਡ ਤੋਂ ਕਰ ਦੋ, ਨੈਟ ਬੈਂਕਿੰਗ ਤੋਂ ਕਰ ਦੋ। ਇਹ ਮਤਲਬ ਕਿ ਤੁਸੀਂ ਇਹ ਸਾਰਾ ਫਾਰਮ ਘਰੇ ਹੀ ਭਰ ਸਕਦੇ ਹੋ। ਉਸ ਤੋਂ ਬਾਅਦ ਤੁਸੀਂ ਆਪ ਦਾ ਜਿਹੜਾ ਫਾਰਮ ਹੈ ਜੀ ਉਹ ਤੁਸੀਂ ਪ੍ਰਿੰਟ ਆਊਟ ਕਰ ਸਕਦੇ ਹੋ। ਸੋ ਦੋਸਤੋ ਇਹ ਤਾਂ ਮੈਂ ਤੁਹਾਨੂੰ ਬੇਸਿਕ ਜਿਹੜੀ ਜਾਣਕਾਰੀ ਸੀਗੀ ਜੀ ਉਹ ਤੁਹਾਨੂੰ ਦੇ ਦਿੱਤੀ ਹੈ। ਹੁਣ ਆਪਾਂ ਹੋਰ ਵੀ ਕਾਫੀ ਸਾਰੀਆਂ ਗੱਲਾਂ ਨੇ ਜੀ, ਜਿਵੇਂ ਕਿ ਇਹਨਾਂ ਵੱਲੋਂ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀਗਾ ਉਹਦਾ ਜਿਹੜਾ ਮੇਨ ਜਿਹੜੀਆਂ ਗੱਲਾਂ ਨੇ ਜੀ ਉਹ ਮੈਂ ਤੁਹਾਨੂੰ ਦੱਸ ਦਿੰਨਾ। ਸੋ ਦੋਸਤੋ ਤੁਹਾਡੇ ਸਾਹਮਣੇ ਮੈਂ ਨੋਟੀਫਿਕੇਸ਼ਨ ਨੂੰ ਓਪਨ ਕਰ ਰਿਹਾ, ਜਿਹਦੇ ਵਿੱਚ ਕੀ ਲਿਖਿਆ ਹੋਇਆ, ਇਹਦੇ ਵਿੱਚ ਸਾਰੀ ਜਿਹੜੀ ਜਾਣਕਾਰੀ ਹੈਗੀ ਆ ਇਹਦੇ ਵਿੱਚ ਪ੍ਰੋਵਾਈਡ ਕੀਤੀ ਹੋਈ ਹੈ ਇਹਨਾਂ ਵੱਲੋਂ। ਐਂਡ ਤੁਹਾਨੂੰ ਮੈਂ ਇਹ ਗੱਲ ਕਲੀਅਰਲੀ ਦੱਸ ਹੀ ਦਿੱਤੀ ਹੈ ਕਿ ਇਹ ਜਿਹੜਾ ਐਗਜ਼ਾਮ ਹੈ, ਜਿਹੜਾ ਐਂਟਰੈਂਸ ਟੈਸਟ ਹੈ ਜੀ, ਇਹ ਕਿਹਦੇ ਦੁਆਰਾ ਕੰਡਕਟ ਕਰਵਾਇਆ ਜਾ ਰਿਹਾ? ਇਹ ਕਰਵਾਇਆ ਜਾ ਰਿਹਾ GNDU ਭਾਵ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾ ਇਹ ਜਿਹੜਾ ਐਗਜ਼ਾਮ ਹੈ ਜੀ ਉਹ ਕੰਡਕਟ ਕਰਵਾਇਆ ਜਾ ਰਿਹਾ। ਸੋ ਇਹਦੇ ਲਈ ਤੁਹਾਨੂੰ ਇੱਕ ਕਾਮਨ ਐਂਟਰੈਂਸ ਟੈਸਟ ਦੇਣਾ ਪਵੇਗਾ। ਉਸ ਕਾਮਨ ਐਂਟਰੈਂਸ ਟੈਸਟ ਦਾ ਵੀ ਕਹਿ ਲਓ ਕਿ ਜੇਕਰ ਤੁਸੀਂ ਉਹਦੇ ਵਿੱਚ ਬਹੁਤ ਹੀ ਚੰਗੇ ਨੰਬਰ ਲੈਣੇ ਹੋ ਤੇ ਜਿਹਦੇ ਕਰਕੇ ਤੁਹਾਨੂੰ ਜਿਹੜਾ ਕਾਲਜ ਹੈ ਜੀ ਉਸ ਹਿਸਾਬ ਨਾਲ ਤੁਹਾਨੂੰ ਉਹ ਜਿਹੜਾ ਕਾਲਜ ਹੈ ਅਲਾਟ ਕੀਤਾ ਜਾਵੇਗਾ। ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਤਿੰਨ ਤਰ੍ਹਾਂ ਦੇ ਕਾਲਜ ਤੁਹਾਨੂੰ ਵੇਖਣ ਨੂੰ ਮਿਲਦੇ ਨੇ। ਇੱਕ ਤਾਂ ਹੋ ਗਿਆ ਗਵਰਨਮੈਂਟ ਕਾਲਜ, ਜਿਹਦੇ ਵਿੱਚ ਫੀਸ ਤੁਹਾਡੀ ਨਾਮਾਤਰ ਹੀ ਹੁੰਦੀ ਆ। ਠੀਕ ਹੈ ਜੀ, ਨਾਮਾਤਰ ਤੋਂ ਭਾਵ ਇਹ ਹੈ, ਮੰਨ ਲਓ ਕਿ ਜੇਕਰ ਕੋਈ ਪ੍ਰਾਈਵੇਟ ਕਾਲਜ ਹੈ, ਤੁਹਾਡੀ ਬੀਐਡ ਦੀ ਜਿਹੜੀ ਫੀਸ ਹੈ ਉਹ ਲੈ ਰਿਹਾ ਲੱਖ ਰੁਪਏ, ਤੇ ਜਿਹੜਾ ਪ੍ਰਾਈਵੇਟ ਕਾਲਜ ਜਿਹੜਾ ਸਰਕਾਰੀ ਕਾਲਜ ਹੋਵੇਗਾ ਉਹ ਤੁਹਾਡੇ ਤੋਂ ਫੀਸ ਲਗਭਗ ਲਵੇਗਾ 35000। ਠੀਕ ਹੈ ਜੀ, ਸੋ 35K ਤੁਹਾਡੀ ਫੀਸ ਹੋਵੇਗੀ ਸਰਕਾਰੀ ਕਾਲਜਾਂ ਦੀ। 2 ਸਾਲਾਂ ਦੀ ਮੈਂ ਗੱਲ ਕਰ ਰਿਹਾ। ਜੇਕਰ ਪ੍ਰਾਈਵੇਟ ਇੰਨੀ ਜ਼ਿਆਦਾ ਫੀਸ ਲੈਣਗੇ ਤੇ 1/3 ਲਗਭਗ ਹੋਵੇਗੀ ਗਵਰਨਮੈਂਟ ਕਾਲਜਾਂ ਦੀ। ਇਹਦੇ ਵਿੱਚ ਹੋਰ ਗਵਰਨਮੈਂਟ ਏਡਡ ਕਾਲਜ ਆਉਂਦੇ ਨੇ ਜੀ, ਜਿਨ੍ਹਾਂ ਦੀ ਫੀਸ ਕਹਿ ਲਓ ਕਿ ਹਨਾ ਪ੍ਰਾਈਵੇਟ ਕਾਲਜਾਂ ਦੇ ਮੁਕਾਬਲੇ ਥੋੜੀ ਜਿਹੀ ਘੱਟ ਹੁੰਦੀ ਆ, ਬਟ ਇੰਨੀ ਜ਼ਿਆਦਾ ਨਹੀਂ ਹੁੰਦੀ। ਤੇ ਜਿਹੜੇ ਪ੍ਰਾਈਵੇਟ ਸੈਲਫ ਫਾਈਨਾਂਸਡ ਕਾਲਜ ਹੁੰਦੇ ਨੇ ਉਹਨਾਂ ਦੀ ਫੀਸ ਜਿਹੜੀ ਹੁੰਦੀ ਆ ਜੀ 1,20,000 ਵੀ ਹੋ ਸਕਦੀ ਆ। ਬਾਕੀ ਡਿਪੈਂਡ ਕਰਦਾ ਕਾਲਜ ਟੂ ਕਾਲਜ ਕਿ ਉੱਥੇ ਉਹਦੀ ਫੀਸ ਕਿੰਨੀ ਹੋਵੇਗੀ। ਇੱਥੇ ਤੁਹਾਨੂੰ ਪੰਜਾਬ ਦੇ ਵਿੱਚ 3 ਯੂਨੀਵਰਸਿਟੀਜ਼ ਵੇਖਣ ਨੂੰ ਮਿਲਦੀਆਂ ਨੇ। ਠੀਕ ਹੈ ਜੀ, ਸੋ ਜਿੰਨੇ ਵੀ ਤੁਹਾਨੂੰ ਪੰਜਾਬ ਦੇ ਵਿੱਚ ਕਾਲਜ ਵੇਖਣ ਨੂੰ ਮਿਲਣਗੇ ਜੀ ਇਹ ਤਿੰਨੇ ਯੂਨੀਵਰਸਿਟੀਆਂ ਦੇ ਅੰਡਰ ਹੀ ਹੋਣਗੇ। ਇੱਕ ਤਾਂ ਹੋਗੀ ਜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ। ਠੀਕ ਹੈ ਜੀ, ਸੋ ਇਹਦੇ ਥਰੂ ਹੀ ਤੁਸੀਂ ਕੀ ਕਰ ਸਕਦੇ ਹੋ, ਐਡਮਿਸ਼ਨਾਂ ਲੈ ਸਕਦੇ ਹੋ। ਤੇ ਐਡਮਿਸ਼ਨਾਂ ਤੁਸੀਂ ਇਸ GNDU ਦੇ ਥਰੂ ਹੀ ਲੈ ਸਕਦੇ ਹੋ। ਤੇ ਐਲੀਜੀਬਿਲਿਟੀ ਕੀ ਹੈ ਜੀ, ਤੁਸੀਂ ਇਸ ਕਾਮਨ ਐਂਟਰੈਂਸ ਟੈਸਟ ਨੂੰ ਕਿਵੇਂ ਦੇ ਸਕਦੇ ਹੋ, ਮਤਲਬ ਕਿ ਤੁਹਾਡੇ ਮਾਰਕਸ ਗ੍ਰੈਜੂਏਸ਼ਨ ਦੇ ਵਿੱਚ ਵੀ ਕਿੰਨੇ ਕੁ ਹੋਣੇ ਚਾਹੀਦੇ ਨੇ। ਸੋ ਦੋਸਤੋ ਇਹਦੇ ਵਿੱਚ ਇਹਨਾਂ ਨੇ ਇਹ ਗੱਲ ਸਾਫ਼-ਸਾਫ਼ ਕਲੀਅਰ ਕੀਤੀ ਹੋਈ ਹੈ। ਜੇਕਰ ਮੰਨ ਲਓ ਕਿ ਤੁਹਾਡੇ ਗ੍ਰੈਜੂਏਸ਼ਨ ਦੇ ਵਿੱਚ BA ਦੇ ਵਿੱਚ ਲਗਭਗ 50% ਨੰਬਰ ਹੈਗੇ ਨੇ ਤੇ ਤੁਸੀਂ BEd ਦਾ ਜਿਹੜਾ ਟੈਸਟ ਹੈ, ਜਿਹੜਾ ਐਂਟਰੈਂਸ ਟੈਸਟ ਹੈ BEd ਦੇ ਵਿੱਚ ਜਿਹੜਾ ਦਾਖਲਾ ਹੈ ਜੀ ਤੁਸੀਂ ਉਹ ਲੈ ਸਕਦੇ ਹੋ। ਜੇਕਰ ਮੰਨ ਲਓ ਕੋਈ ਸਟੂਡੈਂਟ ਹੈਗਾ ਜਿਹਦੇ 40% ਨੇ ਜੀ ਨੰਬਰ, ਫਿਰ ਉਹ BEd ਦੇ ਵਿੱਚ ਦਾਖਲਾ ਨਹੀਂ ਲੈ ਸਕਦਾ। ਠੀਕ ਹੈ ਜੀ, ਇਹ ਮੈਂ ਗੱਲ ਤੁਹਾਨੂੰ ਪਹਿਲਾਂ ਹੀ ਕਲੀਅਰ ਕਰ ਦਵਾਂ। ਤੇ ਬਾਕੀ ਜਿਹੜੇ ਰਹਿ ਗਏ 45%, ਮੰਨ ਲਓ ਕਿ ਕੋਈ ਰਿਜ਼ਰਵਡ ਕੈਟਾਗਰੀ ਵਾਲਾ ਸਟੂਡੈਂਟ ਹੈ ਜੀ, ਠੀਕ ਹੈ ਜੀ, ਜਿਵੇਂ ਮੰਨ ਲਓ SC ਹੋ ਸਕਦਾ, BC ਹੋ ਸਕਦਾ, ਹੋਰ ਕੈਂਡੀਡੇਟ ਹੋ ਸਕਦੇ ਨੇ, ਉਹਨਾਂ ਦੀ ਜਿਹੜੀ ਕਹਿ ਲਓ ਕਿ ਉਹਨਾਂ ਦੇ ਜਿਹੜੇ 45% ਨੰਬਰ ਵੀ ਹੋਣਗੇ ਨਾ ਗ੍ਰੈਜੂਏਸ਼ਨ ਦੇ ਵਿੱਚ, ਉਹਨਾਂ ਨੂੰ ਵੀ ਇਹ ਜਿਹੜਾ ਦਾਖਲਾ ਹੈ ਜੀ ਇਹ ਮਿਲ ਜਾਣਾ ਹੈ। ਇਹ ਤਾਂ ਜਸਟ ਇੱਕ ਐਲੀਜੀਬਿਲਿਟੀ ਹੈ। ਠੀਕ ਹੈ ਜੀ, ਬਾਕੀ ਤੁਸੀਂ ਮੰਨ ਲਓ ਕਿ ਐਂਟਰੈਂਸ ਟੈਸਟ ਦੇ ਵਿੱਚ ਫੇਲ ਹੋ ਗਏ, ਕਿਉਂਕਿ ਉਹਦੇ ਵਿੱਚ ਵੀ ਉਹਨਾਂ ਨੇ 20% ਤੋਂ ਲੈ ਕੇ 25% ਜਿਹੜੇ ਨੰਬਰ ਹੈਗੇ ਨੇ ਜੀ ਉਹ ਤੁਹਾਨੂੰ ਲੈਣੇ ਹੀ ਪੈਣੇ ਨੇ। ਅਦਰਵਾਈਜ਼ ਤੁਹਾਨੂੰ ਉੱਥੇ ਵੀ ਕੀ ਕਰ ਦਿੱਤਾ ਜਾਏਗਾ, ਵੀ ਉੱਥੇ ਤੁਸੀਂ ਰਿਜੈਕਟ ਹੋ ਜਾਓਗੇ। ਫਿਰ ਤੁਹਾਡਾ ਰਿਜੈਕਟ ਲਿਸਟ ਦੇ ਵਿੱਚ ਨਾਮ ਆ ਜਾਏਗਾ ਕਿ ਤੁਸੀਂ
ਐਲੀਜੀਬਲ ਹੀ ਨਹੀਂ ਹੈਗੇ, ਕਿਉਂਕਿ ਤੁਸੀਂ ਇਹ ਜਿਹੜਾ ਟੈਸਟ ਹੈ ਤੁਸੀਂ ਉਹ ਪਾਸ ਹੀ ਨਾ ਕਰ ਸਕੇ। ਚਲੋ ਉਹਦੇ ਬਾਰੇ ਵੀ ਆਪਾਂ ਬਾਅਦ ਵਿੱਚ ਗੱਲ ਕਰਾਂਗੇ। ਤੇ ਇੱਕ ਹੋਰ ਇਹਨਾਂ ਨੇ ਗੱਲ ਮੈਂਸ਼ਨ ਕੀਤੀ ਹੋਈ ਹੈ ਕਿ ਕਾਫੀ ਸਾਰੇ ਯੂਨੀਵਰਸਿਟੀਜ਼ ਹੁੰਦੀਆਂ ਨੇ, ਮੰਨ ਲਓ ਕਿ ਪੰਜਾਬ ਦਾ ਤਾਂ ਚਲੋ ਕੋਈ ਉਹਨਾਂ ਨੇ ਗ੍ਰੇਡ ਨਹੀਂ ਦਿੱਤੇ ਹੋਏ ਪੰਜਾਬ ਯੂਨੀਵਰਸਿਟੀ ਨੇ, ਬਾਕੀ ਕਈ ਹੋਰ ਸਟੇਟਾਂ ਤੋਂ ਜਾਂ ਫਿਰ ਕਿਸੇ ਨੇ ਪ੍ਰਾਈਵੇਟ ਕਾਲਜ ਤੋਂ ਯੂਨੀਵਰਸਿਟੀ ਤੋਂ ਉਹਨਾਂ ਨੇ ਗ੍ਰੈਜੂਏਸ਼ਨ ਕੀਤੀ ਹੁੰਦੀ ਆ, ਤੇ ਉਹਨਾਂ ਦੇ ਜਿਹੜੇ ਨੰਬਰ ਹੁੰਦੇ ਆ ਉਹ ਨੰਬਰ ਨਹੀਂ ਲੱਗੇ ਹੁੰਦੇ, ਉਹਨਾਂ ਦੇ ਗ੍ਰੇਡ ਲੱਗੇ ਹੁੰਦੇ ਆ, ਤੇ ਉਹਨਾਂ ਦੇ ਜਿਹੜੇ ਗ੍ਰੇਡ ਹੈਗੇ ਨੇ ਜੀ ਉਹਨਾਂ ਨੂੰ ਨੰਬਰਾਂ ਦੇ ਵਿੱਚ ਕਨਵਰਟ ਕਰਕੇ ਤੁਸੀਂ ਉਹ ਸ਼ੋ ਕਰਨੇ ਹੈਗੇ ਨੇ ਜੀ। ਠੀਕ ਹੈ ਜੀ। ਹੁਣ ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਕਿ ਕੋਈ ਸਟੂਡੈਂਟ ਸੀ ਉਹਨੇ ਜਿਹੜਾ ਐਗਜ਼ਾਮ ਹੈ ਜੀ ਬਹੁਤ ਹੀ ਚੰਗੇ ਨੰਬਰਾਂ ਨਾਲ ਪਾਸ ਹੋ ਗਿਆ, ਠੀਕ ਹੈ ਜੀ, ਬਟ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਹਾਡੀ ਐਡਮਿਸ਼ਨ ਫਿਰ ਪੱਕਾ ਹੀ ਹੋ ਜਾਣੀ ਆ। ਜੇਕਰ ਮੰਨ ਲਓ ਕਿ ਉਹਨਾਂ ਨੇ ਕਿਹਾ ਕਿ ਤੁਸੀਂ ਜਿਹੜੇ ਸਰਟੀਫਿਕੇਟਸ ਹੈਗੇ ਨੇ ਜੀ ਉਹ ਤੁਸੀਂ ਸਾਨੂੰ ਪ੍ਰੋਵਾਈਡ ਕਰਵਾਓ, ਜਿਵੇਂ ਕਿ 10ਵੀਂ ਦਾ ਹੋ ਗਿਆ, 12ਵੀਂ ਦਾ ਹੋ ਗਿਆ, ਗ੍ਰੈਜੂਏਸ਼ਨ ਦੇ ਜਿਹੜੇ ਸਰਟੀਫਿਕੇਟਸ ਨੇ ਜੀ, ਜੇਕਰ ਤੁਸੀਂ ਉਹਨਾਂ ਨੂੰ ਇਹ ਪ੍ਰੋਪਰਲੀ ਚੈੱਕ ਨਹੀਂ ਕਰਵਾ ਪਾਉਂਦੇ ਤੇ ਤੁਹਾਡੀ ਜਿਹੜੀ ਐਡਮਿਸ਼ਨ ਹੈ ਜੀ ਉਹ ਉੱਥੇ ਨਹੀਂ ਹੋਵੇਗੀ। ਠੀਕ ਹੈ ਜੀ। ਮਤਲਬ ਕਿ ਕਾਉਂਸਲਿੰਗ ਦੇ ਟਾਈਮ ਵੀ ਤੁਸੀਂ ਐਂਟਰੈਂਸ ਟੈਸਟ ਵੀ ਦੇ ਦਿੱਤਾ, ਆਨਸਰ ਕੀ ਵੀ ਆ ਗਈ, ਉਹਨਾਂ ਵੱਲੋਂ ਮੈਰਿਟ ਲਿਸਟ ਵੀ ਜਾਰੀ ਕਰ ਦਿੱਤੀ ਗਈ, ਤੇ ਮੈਰਿਟ ਲਿਸਟ ਆਉਣ ਤੋਂ ਬਾਅਦ ਜਿਹੜੀ ਫਸਟ ਕਾਉਂਸਲਿੰਗ ਹੋਣੀ ਹੈ ਉਹਦੇ ਵਿੱਚ ਕਿ ਤੁਸੀਂ ਮੰਨ ਲਓ ਕਿ ਜਦੋਂ ਤੁਸੀਂ ਜਾਂਦੇ ਹੋ ਉਸ ਕਾਲਜ ਦੇ ਵਿੱਚ ਐਡਮਿਸ਼ਨ ਟਾਈਮ ਤੁਸੀਂ ਜਿਹੜੇ ਲਿਸਟ ਆਫ ਡਾਕੂਮੈਂਟਸ ਹੁੰਦੇ ਨੇ ਜੀ ਉਹ ਤੁਸੀਂ ਉਹਨਾਂ ਕੋਲੋਂ ਨਹੀਂ ਪ੍ਰੋਵਾਈਡ ਕਰਾ ਪਾਉਂਦੇ, ਉਹਨਾਂ ਨੂੰ ਨਹੀਂ ਵਿਖਾ ਪਾਉਂਦੇ, ਤੇ ਤੁਹਾਡੀ ਜਿਹੜੀ ਐਡਮਿਸ਼ਨ ਹੈ ਜੀ ਉਹ ਨਹੀਂ ਹੋਵੇਗੀ। ਕਿਹੜੇ ਡਾਕੂਮੈਂਟਸ ਦੀ ਲੋੜ ਪੈਂਦੀ ਹੈ ਜੀ ਇਸ ਐਡਮਿਸ਼ਨ ਟਾਈਮ ਆਪਾਂ ਉਹਦੀ ਵੀ ਗੱਲ ਕਰਾਂਗੇ। ਬਾਕੀ ਇਹ ਮੈਂ ਗੱਲ ਕਲੀਅਰ ਕਰ ਦਿੱਤੀ ਸੀਗੀ ਕਿ ਜਿਨ੍ਹਾਂ ਕੈਂਡੀਡੇਟਸ ਦਾ ਰਿਜ਼ਲਟ ਨਹੀਂ ਆਇਆ ਜਾਂ ਫਿਰ ਕਹਿ ਲਓ ਕਿ ਉਹਨਾਂ ਦੀ ਜਿਹੜੀ ਫਾਈਲ ਐਂਡ ਕਾਉਂਸਲਿੰਗ ਤੋਂ ਪਹਿਲਾਂ ਜੇਕਰ ਉਹਨਾਂ ਦਾ ਰਿਜ਼ਲਟ ਆ ਜਾਂਦਾ ਹੈ ਤਾਂ ਵੀ ਉਹਨਾਂ ਨੂੰ ਕੰਸੀਡਰ ਕਰ ਲਿਆ ਜਾਵੇਗਾ। ਜਿਵੇਂ ਕਿ ਕਈ ਸਟੂਡੈਂਟ ਹੁੰਦੇ ਨੇ ਜਿਨ੍ਹਾਂ ਦੀ ਰੀਵੈਲੂਏਸ਼ਨ ਕੰਪਾਰਟਮੈਂਟ ਕੇਸਿਸ ਹੁੰਦੇ ਨੇ, ਬਾਅਦ ਵਿੱਚ ਉਹਨਾਂ ਦਾ ਰਿਜ਼ਲਟ ਆ ਜਾਂਦਾ ਹੁੰਦਾ, ਸੋ ਜੇਕਰ ਫਾਈਨਲ ਕਾਉਂਸਲਿੰਗ ਤੋਂ ਪਹਿਲਾਂ ਜੇਕਰ ਉਹਨਾਂ ਦਾ ਰਿਜ਼ਲਟ ਆ ਜਾਂਦਾ ਤੇ ਉਹਨਾਂ ਨੂੰ ਕੰਸੀਡਰ ਕਰ ਲਿਆ ਜਾਵੇਗਾ। ਹਜੇ ਆਪਾਂ ਡੇਟਸ ਦੀ ਵੀ ਗੱਲ ਕਰਾਂਗੇ ਕਿ ਇਹ ਜਿਹੜੇ ਫਾਰਮ ਨੇ ਜੀ, ਵੈਸੇ ਤਾਂ ਚਲੋ ਮੈਂ ਵੀਡੀਓ ਕਾਫੀ ਲੇਟ ਬਣਾ ਰਿਹਾ, ਬਟ 28 ਜੂਨ ਲਾਸਟ ਡੇਟ ਹੈਗੀ ਹੈ ਜੀ ਇਹਨਾਂ ਫਾਰਮ ਨੂੰ ਅਪਲਾਈ ਕਰਨ ਦੀ। ਸੋ ਮੈਂ ਸੋਚਿਆ ਕਿ ਚਲੋ ਇੱਕ ਤੁਹਾਨੂੰ ਜਿਹੜੀ ਬੇਸਿਕ ਜਿਹੜੀ ਜਾਣਕਾਰੀ ਹੈਗੀ ਹੈ ਜੀ, ਕਿਉਂਕਿ ਕਾਫੀ ਸਾਰੇ ਆਪਣੇ ਨਾਲ ਇਹੋ ਜਿਹੇ ਸਟੂਡੈਂਟ ਜੁੜੇ ਹੋਏ ਨੇ ਜਿਹੜੇ ਕਿ ਐਜੂਕੇਸ਼ਨ ਨਾਲ ਸੰਬੰਧ ਰੱਖਦੇ ਨੇ, ਸੋ ਜੇਕਰ ਉਹਨਾਂ ਦੇ ਕੋਈ ਨੋਨ ਦੇ ਵਿੱਚ ਹੋਇਆ ਜਿਹੜਾ ਕਿ ਬੀਐਡ ਕਰਨ ਦਾ ਚਾਹਵਾਨ ਹੋਵੇ ਤੇ ਉਹਨਾਂ ਨੂੰ ਇਹ ਜਿਹੜੀ ਇਨਫੋਰਮੇਸ਼ਨ ਹੈਗੀ ਜੀ ਉਹ ਪਹੁੰਚਾ ਦਿੱਤੀ ਜਾਵੇ। ਹੁਣ ਆਪਾਂ ਗੱਲ ਕਰਦੇ ਹਾਂ ਕਿ ਪਲੇਸਮੈਂਟ ਆਫ ਕੈਂਡੀਡੇਟਸ ਦੀ, ਭਾਵ ਇਹ ਕਿ ਬੱਚੇ ਦੀ ਜਿਹੜੀ ਐਡਮਿਸ਼ਨ ਹੈ ਜੀ ਉਹ ਕਿਵੇਂ ਕੀਤੀ ਜਾਵੇਗੀ, ਤੇ ਉਹਦਾ ਤੁਹਾਨੂੰ ਦੱਸ ਦਿੱਤਾ ਕਿ ਇੱਕ ਐਂਟਰੈਂਸ ਟੈਸਟ ਲਿਆ ਜਾਵੇਗਾ। ਬਟ ਮੰਨ ਲਓ ਕਿ ਦੋ ਜਿਹੜੇ ਕੈਂਡੀਡੇਟ ਸੀਗੇ ਉਹਨਾਂ ਦੇ ਨੰਬਰ ਆਏ 150 ਦੇ ਵਿੱਚੋਂ 100 ਨੰਬਰ ਆ ਗਿਆ, ਠੀਕ ਹੈ ਜੀ। ਸੋ ਦੋ ਸਟੂਡੈਂਟ ਸੀ, ਉਹਨਾਂ ਦੇ ਨੰਬਰ ਕਿੰਨੇ ਆ ਗਏ 150 ਦੇ ਵਿੱਚੋਂ 100 ਨੰਬਰ ਆ ਗਏ, ਤੇ ਉਹਦੇ ਵਿੱਚ ਕੀ ਪ੍ਰੈਫਰੈਂਸ ਵੇਖੀ ਜਾਵੇਗੀ ਕਿ ਕਿਹੜਾ ਪਰਸਨ ਏਜਡ ਹੈ, ਜਿਹਦੀ ਉਮਰ ਜ਼ਿਆਦਾ ਹੋਊਗੀ ਉਹਨੂੰ ਮਤਲਬ ਫਸਟ ਕੰਸੀਡਰ ਕੀਤਾ ਜਾਵੇਗਾ। ਹੁਣ ਆਪਾਂ ਗੱਲ ਕਰਦੇ ਹਾਂ ਜੀ ਡਿਵੀਜ਼ਨ ਆਫ ਸੀਟਸ। ਮੈਂ ਤੁਹਾਨੂੰ ਇਹ ਗੱਲ ਪਹਿਲਾਂ ਹੀ ਕਲੀਅਰ ਕਰ ਦਿੱਤੀ ਸੀਗੀ ਕਿ 85% ਸੀਟਸ ਜਿਹੜੀਆਂ ਹੋਣਗੀਆਂ ਨੇ ਜੀ ਟੋਟਲ ਪੰਜਾਬ ਦੇ ਵਿੱਚ ਉਹ ਕਿਹਨੂੰ ਜਾਣਗੀਆਂ ਜੀ, ਉਹ ਜਾਣਗੀਆਂ ਆਪਣੇ ਪੰਜਾਬ ਦੇ ਕੈਂਡੀਡੇਟਸ ਨੂੰ, ਤੇ ਬਾਕੀ ਜਿਹੜੀਆਂ ਰਹਿ ਗਈਆਂ 15% ਸੀਟਸ ਉਹ ਜਾਣਗੀਆਂ ਜੀ ਅਦਰ ਸਟੇਟ ਕੋਟਾ ਨੂੰ। ਠੀਕ ਹੈ ਜੀ। ਐਂਡ ਇਹ ਗੱਲ ਵੀ ਮੈਂ ਤੁਹਾਨੂੰ ਦੱਸ ਦਿੱਤੀ ਸੀਗੀ ਕਿ ਮਿਨੀਮਮ ਕੁਆਲੀਫਾਈਂਗ ਮਾਰਕਸ ਕਿੰਨੇ ਹੋਣੇ ਚਾਹੀਦੇ ਨੇ ਜੀ, ਲਗਭਗ 25% ਜਨਰਲ ਕੈਟਾਗਰੀ ਵਾਲੇ ਸਟੂਡੈਂਟ ਹੋਣਗੇ ਜੀ। ਹੁਣ ਤੁਸੀਂ 150 ਮਾਰਕਸ ਦਾ ਤੁਸੀਂ ਆਪਣੇ ਆਪ ਹੀ ਵੇਖ ਲਿਓ ਕਿ 25% ਕਿੰਨਾ ਬਣਦਾ ਹੈ, ਤੇ 20% ਜਿਹੜੇ SC ST ਦੇ ਜਿਹੜੇ ਕੈਂਡੀਡੇਟਸ ਨੇ ਜੀ ਉਹਨਾਂ ਨੂੰ ਐਟਲੀਸਟ ਲੈਣੇ ਹੀ ਪੈਣਗੇ। ਠੀਕ ਹੈ ਜੀ। ਸੋ ਇਹਦਾ ਮਤਲਬ ਇਹ ਹੈ ਕਿ ਤੁਸੀਂ ਕਿਸੇ ਪ੍ਰਾਈਵੇਟ ਕਾਲਜ ਦੇ ਵਿੱਚ ਵੀ ਐਡਮਿਸ਼ਨ ਨਹੀਂ ਲੈ ਸਕਦੇ ਜੇਕਰ ਤੁਸੀਂ ਇਹ ਜਿਹੜਾ ਟੈਸਟ ਹੈ ਜੀ ਉਹ ਪਾਸ ਨਹੀਂ ਕਰਦੇ। ਠੀਕ ਹੈ ਜੀ। ਹੁਣ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਕੈਂਡੀਡੇਟਸ ਹੋਣਗੇ ਜਿਨ੍ਹਾਂ ਨੇ 10ਵੀਂ ਤੇ 12ਵੀਂ ਜਿਹੜੀ ਜਮਾਤ ਹੈਗੀ ਆ ਉਹ ਮੰਨ ਲਓ ਕਿ ਕਿਸੇ ਪਿੰਡੂ ਖੇਤਰ ਦੇ ਵਿੱਚੋਂ ਕੀਤੀ ਹੈ, ਰੂਰਲ ਏਰੀਆ ਦੇ ਵਿੱਚੋਂ ਕੀਤੀ ਹੈ। ਠੀਕ ਹੈ ਜੀ। ਮੰਨ ਲਓ ਕਿ 10ਵੀਂ 12ਵੀਂ ਤੁਸੀਂ ਉਸ ਜਗ੍ਹਾ ਤੋਂ ਕੀਤੀ ਹੈ ਜਿਹੜਾ ਖੇਤਰ ਹੈਗਾ ਉਹ ਪਿੰਡ ਦੇ ਵਿੱਚ ਪੈਂਦਾ ਸੀਗਾ, ਜਿਹੜਾ ਸਕੂਲ ਸੀ ਉਹ ਪਿੰਡ ਵਿੱਚ ਆਉਂਦਾ ਸੀਗਾ, ਸੋ ਤੁਹਾਨੂੰ ਉੱਥੇ 1% ਐਕਸਟਰਾ ਦਿੱਤਾ ਜਾਵੇਗਾ। ਠੀਕ ਹੈ ਜੀ। 1% ਮਾਰਕਸ ਜਿਹੜਾ ਹੈ ਜੀ ਉਹ ਤੁਹਾਨੂੰ ਰੂਰਲ ਏਰੀਆ ਸਰਟੀਫਿਕੇਟ ਬਣਵਾ ਕੇ ਲੈ ਕੇ ਜਾਣਾ ਪਊਗਾ ਜੀ। ਜੇਕਰ ਤੁਸੀਂ ਇਹ ਆਪਸ਼ਨ ਧਿਆਨ ਨਾਲ ਚੂਜ਼ ਕਰਿਓ, ਜੇਕਰ ਤੁਸੀਂ ਇਹ ਚੂਜ਼ ਕਰਦੇ ਹੋ ਤੇ ਤੁਹਾਨੂੰ 1% ਐਕਸਟਰਾ ਮਾਰਕਸ ਦਿੱਤੇ ਜਾਣਗੇ, ਬਟ ਕੰਡੀਸ਼ਨ ਇਹ ਹੈ ਕਿ ਤੁਹਾਡਾ ਜਿਹੜਾ ਸਕੂਲ ਹੈ ਜੀ ਉਹ ਰੂਰਲ ਏਰੀਆ ਦੇ ਵਿੱਚ ਪੈਂਦਾ ਹੋਣਾ ਚਾਹੀਦਾ। ਠੀਕ ਹੈ ਜੀ। ਬਟ ਇਹ ਗੱਲ ਨਾ ਹੋਵੇ ਕਿ ਤੁਸੀਂ ਮੰਨ ਲਓ ਕਿਸੇ ਸ਼ਹਿਰੀ ਖੇਤਰ ਤੋਂ ਤੁਸੀਂ ਕਿਸੇ ਸ਼ਹਿਰੀ ਖੇਤਰ ਦੇ ਸਕੂਲ ਤੋਂ ਤੁਸੀਂ ਆਪਦੀ ਪੜ੍ਹਾਈ ਕੀਤੀ ਹੈ 10ਵੀਂ ਤੇ 12ਵੀਂ ਦੀ, ਤੇ ਤੁਸੀਂ ਉੱਥੇ ਰੂਰਲ ਏਰੀਆ ਦੇ ਵਿੱਚ ਤੁਸੀਂ ਯੈਸ ਕਰਤਾ ਤੇ ਉੱਥੇ ਵੀ ਤੁਹਾਨੂੰ ਲਾਸ ਦਾ ਜਿਹੜਾ ਸਾਹਮਣਾ ਹੈ ਜੀ ਉਹ ਕਰਨਾ ਪੈ ਸਕਦਾ ਹੈ। ਸੋ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਿਓ। ਜਿਹੜਾ ਰੂਰਲ ਏਰੀਆ ਸਰਟੀਫਿਕੇਟ ਹੈ ਇਹ ਬਣਾਉਣ ਲਈ ਤੁਹਾਨੂੰ ਕਰਨਾ ਕੀ ਪੈਣਾ ਜੀ, ਜਿਹੜੇ ਕਿ ਪਿੰਡੂ ਖੇਤਰ ਦੇ ਵਿੱਚੋਂ ਪੜ੍ਹੇ ਨੇ 10ਵੀਂ 12ਵੀਂ ਦੇ ਗੱਲ ਕਰ ਰਿਹਾ ਮੈਂ, ਸੋ ਉਹਨਾਂ ਨੂੰ ਇਹ ਜਿਹੜਾ ਸਰਟੀਫਿਕੇਟ ਹੈ ਜੀ ਇਹ ਬਣਾਉਣ ਲਈ ਸਕੂਲ ਦੇ ਕੋਲ ਜਾਣਾ ਪਊਗਾ। ਸਕੂਲ ਨੂੰ ਕਹਿਣਾ ਪਊਗਾ ਕਿ ਵੀ ਸਾਨੂੰ ਰੂਰਲ ਏਰੀਆ ਸਰਟੀਫਿਕੇਟ ਹੈ ਜੀ ਉਹ ਬਣਾ ਕੇ ਦਿੱਤਾ ਜਾਵੇ ਕਿ ਇਹ ਜਿਹੜਾ ਸਕੂਲ ਹੈ ਇਹ ਪਿੰਡੂ ਖੇਤਰ ਦੇ ਵਿੱਚ ਪੈਂਦਾ ਹੈ। ਤੇ ਉਸ ਤੋਂ ਬਾਅਦ ਉੱਥੇ ਜੇ ਮੰਨ ਲਓ ਕਿ ਕੋਈ ਪੰਜਾਬ ਦਾ ਸਕੂਲ ਸੀ ਉਹ, ਠੀਕ ਹੈ ਜੀ, ਪੰਜਾਬ ਬੋਰਡ ਦਾ ਸਕੂਲ ਸੀ, ਤੇ ਉੱਥੇ ਸਾਈਨ ਹੋਣਗੇ DO ਦੇ। ਠੀਕ ਹੈ ਜੀ। ਜੇਕਰ ਮੰਨ ਲਓ ਕਿਸੇ CBSE ਬੋਰਡ ਦਾ ਜਾਂ ਫਿਰ ICSE ਬੋਰਡ ਦਾ ਜਿਹੜਾ ਸਕੂਲ ਸੀ ਜਿਹੜਾ ਕਿ ਕਿਸੇ ਪਿੰਡੂ ਖੇਤਰ 'ਚ ਪੈਂਦਾ ਸੀਗਾ, ਤੇ ਉੱਥੇ ਤਸਦੀਕ ਕੀਤੀ ਜਾਏਗੀ, ਕ੍ਰਾਸ ਚੈੱਕ ਕੀਤਾ ਜਾਵੇਗਾ ਸਰਪੰਚ ਦੁਆਰਾ। ਸਰਪੰਚ ਨੇ ਉੱਥੇ ਮੋਹਰ ਵਗੈਰਾ ਲਗਾ ਕੇ ਤੁਹਾਨੂੰ ਉਹ ਭੇਜਣਗੇ, ਫਿਰ ਹੀ ਉਹ ਸਰਟੀਫਿਕੇਟ ਹੈ ਜੀ ਤੁਹਾਡਾ ਵੈਲਿਡ ਮੰਨਿਆ ਜਾਵੇਗਾ। ਐਂਡ ਇਹਨਾਂ ਵੱਲੋਂ ਇਹ ਵੀ ਗੱਲ ਕਹੀ ਗਈ ਹੈ ਕਿ
ਕੰਪਲੀਟ 2 ਇੱਥੇ ਕਾਉਂਸਲਿੰਗ ਤੁਹਾਨੂੰ ਵੇਖਣ ਨੂੰ ਮਿਲਣਗੀਆਂ ਜੀ, ਤੇ 1 ਮਹੀਨੇ ਦੇ ਵਿੱਚ ਜਿਹੜਾ ਐਡਮਿਸ਼ਨ ਦਾ ਜਿਹੜਾ ਪ੍ਰੋਸੈਸ ਹੈ ਜੀ ਇਹਨੂੰ ਖਤਮ ਕਰ ਦਿੱਤਾ ਜਾਵੇਗਾ। ਐਂਡ ਜੇਕਰ ਆਪਾਂ ਮੇਜਰ ਤੇ ਮਾਈਨਰ ਸਬਜੈਕਟ ਦੀ ਗੱਲ ਕਰੀਏ ਤੇ ਜਿਹੜਾ ਮੇਜਰ ਸਬਜੈਕਟ ਹੁੰਦਾ ਜੀ ਉਹ ਤੁਸੀਂ ਆਪ ਚੂਜ਼ ਕਰਨਾ ਹੁੰਦਾ, ਤੇ ਇੱਕ ਮਾਈਨਰ ਸਬਜੈਕਟ ਹੁੰਦਾ ਜਿਹੜਾ ਕਿ ਯੂਨੀਵਰਸਿਟੀ ਵੱਲੋਂ ਜਾਂ ਫਿਰ ਕਹਿ ਲਓ ਕਿ ਕਾਲਜ ਵੱਲੋਂ ਪ੍ਰੋਵਾਈਡ ਕੀਤਾ ਜਾਂਦਾ ਹੁੰਦਾ। ਜੇ ਮੰਨ ਲਓ ਕੋਈ ਆਰਟਸ ਦਾ ਵਿਦਿਆਰਥੀ ਸੀ, ਉਹਨੇ ਗ੍ਰੈਜੂਏਸ਼ਨ ਦੇ ਵਿੱਚ ਮੰਨ ਲਓ ਕਿ ਹਿਸਟਰੀ ਪੜ੍ਹਿਆ ਸੀ, ਜੀਓਗ੍ਰਾਫੀ ਪੜ੍ਹੀ ਸੀ, ਤੇ ਉਹਦੇ ਨਾਲ ਉਹਨੇ ਪੜ੍ਹਿਆ ਸੀ ਪੰਜਾਬੀ, ਇਲੈਕਟਿਵ ਪੰਜਾਬੀ ਸਬਜੈਕਟ ਪੜ੍ਹਿਆ ਸੀ, ਬਾਕੀ ਜਰਨਲ ਇੰਗਲਿਸ਼ ਤੇ ਜਰਨਲ ਪੰਜਾਬੀ ਮਤਲਬ ਨਾਰਮਲ ਸਬਜੈਕਟ ਹੁੰਦੇ ਹੀ ਆ, ਤੇ ਉਹਦਾ ਜਿਹੜਾ ਕੰਬੀਨੇਸ਼ਨ ਸੀਗਾ ਉਹ ਬਣਿਆ ਜੀ ਟੀਚਿੰਗ ਆਫ ਐਸਐਸਟੀ ਦਾ। ਮੰਨ ਲਓ ਉਹਨੇ ਮੇਜਰ ਜਿਹੜਾ ਸਬਜੈਕਟ ਸੀ, ਉਹ ਮੈਂ ਤੁਹਾਨੂੰ ਇਹ ਬਾਅਦ ਵਿੱਚ ਗੱਲਾਂ ਦੱਸੂਗਾ ਚੰਗੀ ਤਰ੍ਹਾਂ ਕਿ ਜਿਹੜਾ ਮੇਜਰ ਸਬਜੈਕਟ ਉਹਨੇ ਚੂਜ਼ ਕਰ ਲਿਆ ਟੀਚਿੰਗ ਆਫ ਐਸਐਸਟੀ, ਤੇ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਕਾਲਜ ਹੋਊਗਾ ਉਹ ਵੇਖੂਗਾ ਕਿ ਇਸ ਬੱਚੇ ਨੇ ਆਪਣੇ ਕਾਲਜ ਦੇ ਵਿੱਚ ਕੀ ਪੜ੍ਹਾਈ ਕੀਤੀ ਹੈ। ਉਹ ਵੇਖੂਗਾ ਕਿ ਠੀਕ ਹੈ ਜੀ ਇਹਨੇ ਤਾਂ ਇਲੈਕਟਿਵ ਪੰਜਾਬੀ ਪੜ੍ਹੀ ਹੋਈ ਆ, ਸੋ ਉਹ ਕਾਲਜ ਵਾਲੇ ਕੀ ਕਰਨਗੇ ਜੀ ਮਾਈਨਰ ਸਬਜੈਕਟ ਦੇ ਵਿੱਚ ਉਹਨੂੰ ਇਲੈਕਟਿਵ ਪੰਜਾਬੀ ਸਬਜੈਕਟ ਉਹਨੂੰ ਟੀਚਿੰਗ ਆਫ ਪੰਜਾਬੀ ਸਬਜੈਕਟ ਦੇ ਦਿੱਤਾ ਜਾਵੇਗਾ। ਸੋ ਇਸ ਤਰ੍ਹਾਂ ਤੁਹਾਨੂੰ ਮੇਜਰ ਤੇ ਮਾਈਨਰ ਸਬਜੈਕਟ ਅਲਾਟ ਕੀਤੇ ਜਾਂਦੇ ਨੇ ਜੀ, ਤੇ ਮਾਈਨਰ ਸਬਜੈਕਟ ਕਾਲਜ ਅਲਾਟ ਕਰਦਾ ਹੈ, ਤੇ ਜਿਹੜਾ ਮੇਜਰ ਸਬਜੈਕਟ ਹੁੰਦਾ ਉਹ ਤੁਸੀਂ ਆਪ ਚੂਜ਼ ਕਰਨਾ ਹੁੰਦਾ ਤੁਹਾਡੇ ਸਬਜੈਕਟ ਦੇ ਆਧਾਰ ਤੇ ਤੁਸੀਂ ਜਿਹੜੀ ਵੀ ਜਾਣਕਾਰੀ ਪ੍ਰੋਵਾਈਡ ਕਰਾਉਣੀ ਹੈ ਜੀ ਤੁਸੀਂ ਉਹ ਸਾਰੀ ਸਹੀ ਇਨਫੋਰਮੇਸ਼ਨ ਹੀ ਪ੍ਰੋਵਾਈਡ ਕਰਵਾਇਆ, ਕਿਉਂਕਿ ਬਾਅਦ ਵਿੱਚ ਤੁਹਾਨੂੰ ਡਾਕੂਮੈਂਟਸ ਜਿਹੜੇ ਹੈਗੇ ਨੇ ਜੀ ਉਹ ਪ੍ਰੋਵਾਈਡ ਕਰਵਾਏ ਜਾਣਗੇ। ਮਤਲਬ ਕਿ ਤੁਹਾਨੂੰ ਜਿਹੜੇ ਵੀ ਡਾਕੂਮੈਂਟਸ ਤੁਸੀਂ ਉੱਥੇ ਫਿਲ ਕੀਤੇ ਨੇ ਉਹ ਤੁਸੀਂ ਸਾਰੇ ਹੀ ਡਾਕੂਮੈਂਟਸ ਉਹਨਾਂ ਨੂੰ ਵਿਖਾਉਣੇ ਨੇ, ਉਹ ਸਾਰੇ ਚੈੱਕ ਕੀਤੇ ਜਾਣਗੇ। ਜੇਕਰ 10ਵੀਂ ਦੇ ਮਾਰਕਸ ਜਾਂ ਫਿਰ 12ਵੀਂ ਦੇ ਮਾਰਕਸ ਜੇ ਤੁਸੀਂ ਫਿਲ ਕਰ ਰਹੇ ਹੋ ਤੇ ਸਾਰੇ ਕ੍ਰਾਸ ਚੈੱਕ ਕੀਤੇ ਜਾਣੇ ਨੇ। ਐਂਡ ਇੱਕ ਹੋਰ ਫਾਰਮ ਹੈ ਜੀ, ਇਹ ਤੁਸੀਂ ਵੇਖ ਸਕਦੇ ਹੋ, ਇਹ ਜਿਹੜਾ ਫਾਰਮ ਹੈ ਜੀ ਇਹ ਕਾਲਜ ਨੇ ਫਿਲ ਕਰਨਾ ਹੈ। ਚਲੋ ਵੈਸੇ ਤਾਂ ਇਹ ਤੁਹਾਨੂੰ ਜਾਣਕਾਰੀ ਦੱਸਣੀ ਵੀ ਨਹੀਂ ਚਾਹੀਦੀ ਸੀਗੀ, ਬਟ ਫਿਰ ਵੀ ਚਲੋ ਮੈਂ ਦੱਸ ਰਿਹਾ ਕਿ ਇਹ ਜਿਹੜਾ ਫਾਰਮ ਹੈ ਜੀ ਇਹ ਕਾਲਜ ਨੇ ਫਿਲ ਕਰਕੇ GNDU ਦੇ ਵਿੱਚ ਜਮ੍ਹਾਂ ਕਰਾਉਣਾ ਹੈ। ਜੇਕਰ ਇਹ ਜਿਹੜੇ ਕਾਲਜ ਨੇ ਜੀ ਇਹ ਤੁਹਾਡਾ ਫਾਰਮ ਨਹੀਂ ਜਮ੍ਹਾਂ ਕਰਾਉਂਦੇ ਤੇ ਤੁਹਾਡੀ ਜਿਹੜੀ ਐਡਮਿਸ਼ਨ ਹੈ ਜੀ ਉੱਥੇ ਨਹੀਂ ਕੀਤੀ ਜਾਵੇਗੀ। ਬਟ ਚਲੋ ਇਹ ਤਾਂ ਕਾਲਜ ਦੀ ਗੱਲ ਹੈ ਜੀ, ਇਹ ਕਾਲਜ ਦੀ ਸਿਰਦਰਦੀ ਹੈ, ਤੁਸੀਂ ਇਸ ਗੱਲ ਨੂੰ ਬਹੁਤਾ ਨਾ ਸੋਚਿਓ। ਐਂਡ ਇਹ ਆਪਣੇ ਸਾਹਮਣੇ ਕੁਝ ਲਿਸਟ ਹੈਗੀ ਹੈ ਜੀ ਕਾਲਜਸ ਦੀ, ਜਿਵੇਂ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ। ਇਸ ਤੋਂ ਸੰਬੰਧਿਤ ਜੇਕਰ ਆਪਾਂ ਗੱਲ ਕਰੀਏ ਕਾਲਜ ਦੀ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਅੰਡਰ ਤੁਹਾਨੂੰ ਲਗਭਗ 61 ਜਿਹੜੇ ਕਾਲਜ ਨੇ ਜੀ ਉਹ ਤੁਹਾਨੂੰ ਵੇਖਣ ਨੂੰ ਮਿਲਦੇ ਨੇ। ਜੇਕਰ ਆਪਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਗੱਲ ਕਰੀਏ ਤੇ ਇੱਥੇ ਤੁਹਾਨੂੰ ਲਗਭਗ ਜਿਹੜੇ ਕਾਲਜ ਨੇ ਜੀ ਇਹ ਤੁਹਾਨੂੰ ਲਗਭਗ 99 ਜਿਹੜੇ ਕਾਲਜ ਨੇ ਜੀ ਇਹ ਤੁਹਾਨੂੰ ਵੇਖਣ ਨੂੰ ਮਿਲਦੇ ਨੇ। ਠੀਕ ਹੈ ਜੀ, ਇਹਦੇ ਵਿੱਚ ਤੁਹਾਨੂੰ ਕੁਝ ਸਰਕਾਰੀ ਕਾਲਜ ਵੀ ਵੇਖਣ ਨੂੰ ਮਿਲਣਗੇ। ਸੋ ਦੋਸਤੋ, ਸਰਕਾਰੀ ਕਾਲਜ ਦੇ ਵਿੱਚ ਜੇਕਰ ਤੁਸੀਂ ਐਡਮਿਸ਼ਨ ਲੈਣੀ ਹੈ ਤੇ ਤੁਹਾਨੂੰ ਜਿਹੜੇ ਮੈਰਿਟ ਲਿਸਟ ਵਿੱਚ ਤੁਹਾਨੂੰ ਫਿਰ ਨਾਮ ਲਿਆਉਣਾ ਪਊਗਾ। ਠੀਕ ਹੈ ਜੀ, ਸੋ ਉਹਦੇ ਲਈ ਤੁਸੀਂ ਮਿਹਨਤ ਕਰ ਸਕਦੇ ਹੋ, ਵੈਸੇ ਕੋਈ ਪੇਪਰ ਬਹੁਤਾ ਔਖਾ ਨਹੀਂ ਹੁੰਦਾ। ਜੇਕਰ ਆਪਾਂ ਗੱਲ ਕਰੀਏ GNDU ਅੰਮ੍ਰਿਤਸਰ ਦੀ, ਤੇ ਇਹਦੇ ਵਿੱਚ ਤੁਹਾਨੂੰ ਲਗਭਗ ਕਿੰਨੇ ਕਾਲਜ ਵੇਖਣ ਨੂੰ ਮਿਲਦੇ ਨੇ ਜੀ, ਇਹਦੇ ਵਿੱਚ ਤੁਹਾਨੂੰ 51 ਜਿਹੜੇ ਕਾਲਜ ਨੇ ਜੀ ਇਹ ਤੁਹਾਨੂੰ ਵੇਖਣ ਨੂੰ ਮਿਲਦੇ ਨੇ। ਇਹ ਸਾਰੀ ਇਨਫੋਰਮੇਸ਼ਨ ਤੁਸੀਂ ਇਹਨਾਂ ਦੀ ਵੈਬਸਾਈਟ ਤੇ ਵੀ ਵੇਖ ਸਕਦੇ ਹੋ। ਬਾਕੀ ਆਪਣਾ ਇੱਕ ਟੈਲੀਗ੍ਰਾਮ ਚੈਨਲ ਹੈਗਾ ਜੀ ਡੋਰਸਟੈਪ ਐਜੂਕੇਸ਼ਨ ਪੁਆਇੰਟ, ਮੈਂ ਤੁਹਾਨੂੰ ਇੱਥੇ ਜਿਹੜੀ ਸੇਮ PDF ਹੈਗਾ ਜੀ ਉੱਥੇ ਵੀ ਸ਼ੇਅਰ ਕਰ ਦਊਂਗਾ। ਜੇਕਰ ਆਪਾਂ ਇੰਪੋਰਟੈਂਟ ਡੇਟਸ ਦੀ ਗੱਲ ਕਰੀਏ, ਇਹ ਜਿਹੜਾ ਫਾਰਮ ਹੈ ਜੀ ਇਹ ਤੁਹਾਨੂੰ 25 ਮਈ ਨੂੰ ਇਹਨਾਂ ਦਾ ਜਿਹੜਾ ਪੋਰਟਲ ਹੈਗਾ ਜੀ ਓਪਨ ਕਰ ਦਿੱਤਾ ਗਿਆ ਸੀਗਾ। ਵੈਸੇ ਦੋਸਤੋ ਇਹ ਜਿਹੜੀ ਵੀਡੀਓ ਹੈ ਇਹ ਮੈਂ 14 ਜੂਨ ਨੂੰ ਰਿਕਾਰਡ ਕਰ ਰਿਹਾ, ਤੇ ਜਿਹੜੀ ਲਾਸਟ ਡੇਟ ਹੈਗੀ ਹੈ ਜੀ ਆਨਲਾਈਨ ਅਪਲਾਈ ਕਰਨ ਦੀ ਇਹ ਕਿੰਨੀ ਹੈ ਜੀ 28 ਜੂਨ ਹੈ। ਠੀਕ ਹੈ ਜੀ, 28 ਜੂਨ ਤੋਂ ਬਾਅਦ ਤੁਸੀਂ ਚਾਹ ਕੇ ਵੀ ਇੱਥੇ ਰਜਿਸਟ੍ਰੇਸ਼ਨ ਨਹੀਂ ਕਰ ਸਕਦੇ। ਬਾਕੀ ਮੌਕੇ ਸਿਰ ਇਹ 2-4 ਦਿਨ ਹੋਰ ਡੇਟ ਨੂੰ ਵਧਾ ਦੇਣ ਉਹ ਗੱਲ ਵੱਖਰੀ ਹੈ, ਬਟ ਮੈਨੂੰ ਲੱਗਦਾ ਨਹੀਂ ਵਧਾਉਣਗੇ ਕਿਉਂਕਿ ਇਹਨਾਂ ਨੇ ਆਲਰੇਡੀ ਬਹੁਤ ਜ਼ਿਆਦਾ ਟਾਈਮ ਦੇ ਚੁੱਕੇ ਆ। ਠੀਕ ਹੈ ਜੀ, ਸੋ ਇਹ ਗੱਲ ਤੁਸੀਂ ਥੋੜਾ ਜਿਹਾ ਧਿਆਨ ਰੱਖ ਲਿਓ ਕਿ ਪਹਿਲਾਂ ਹੀ ਅਪਲਾਈ ਕਰ ਦਿੱਤਾ ਜਾਵੇ। ਮਤਲਬ ਕਿ ਤੁਹਾਡਾ ਰਿਜ਼ਲਟ ਭਾਵੇਂ ਹਜੇ ਨਹੀਂ ਵੀ ਆਇਆ, ਬਟ ਤੁਸੀਂ ਕੋਸ਼ਿਸ਼ ਕਰਿਓ ਐਟਲੀਸਟ ਰਜਿਸਟ੍ਰੇਸ਼ਨ ਵਗੈਰਾ ਤਾਂ ਕਰ ਲਈ ਜਾਵੇ, ਕਿਉਂਕਿ ਉੱਥੇ ਕਾਲਜ ਦੇ ਵਿੱਚ ਮਤਲਬ ਕਾਲਜ ਦੀ ਜਿਹੜੀ ਡਿਟੇਲ ਹੈਗੀ ਹੈ ਜੀ ਤੁਹਾਡੇ ਮਾਰਕਸ ਦੀ ਡਿਟੇਲ ਹੈਗੀ ਹੈ ਜੀ ਤੁਹਾਨੂੰ ਉਹ ਚੇਂਜ ਕਰਨ ਦਾ ਮੌਕਾ ਦੇ ਦਿੱਤਾ ਜਾਣਾ ਹੈ। ਸੋ ਇਹਨਾਂ ਡੇਟਸ ਨੂੰ ਬੜੇ ਹੀ ਧਿਆਨ ਨਾਲ ਤੁਸੀਂ ਇੱਕ ਵਾਰ ਵੇਖ ਲਿਓ ਜੀ ਕਿ 25 ਮਈ ਕੀ ਸੀਗੀ। 25 ਮਈ ਨੂੰ ਇਹਨਾਂ ਵੱਲੋਂ ਪੋਰਟਲ ਓਪਨ ਕੀਤਾ ਗਿਆ ਸੀਗਾ। 28 ਜੂਨ ਲਾਸਟ ਡੇਟ ਹੈਗੀ ਹੈ ਜੀ ਆਨਲਾਈਨ ਅਪਲਾਈ ਕਰਨ ਦੀ। ਐਡਮਿਟ ਕਾਰਡ ਜਿਹੜੇ ਹੈਗੇ ਨੇ ਜੀ ਇਹ ਤੁਹਾਨੂੰ 12 ਜੁਲਾਈ ਨੂੰ ਪ੍ਰੋਵਾਈਡ ਕਰਵਾ ਦਿੱਤੇ ਜਾਣਗੇ। ਮੰਨ ਲਓ ਕਿ ਕੋਈ ਇਹੋ ਜਿਹਾ ਸਟੂਡੈਂਟ ਸੀ ਜਿਹਨੇ ਕਿ ਕੋਈ ਆਨਲਾਈਨ ਰਜਿਸਟ੍ਰੇਸ਼ਨ ਨਹੀਂ ਕੀਤੀ ਸੀਗੀ, ਤੇ ਹੁਣ ਉਹਦੇ ਦਿਮਾਗ ਦੇ ਵਿੱਚ ਖਿਆਲ ਆਇਆ ਕਿ ਯਾਰ ਮੈਂ ਵੀ B.Ed ਕਰਨੀ ਸੀਗੀ, ਤੇ ਹੁਣ ਉਹ ਕੀ ਕਰ ਸਕਦਾ। ਮੰਨ ਲਓ 28 ਜੂਨ ਤੋਂ ਬਾਅਦ ਦੀ ਆਪਾਂ ਗੱਲ ਕਰ ਰਹੇ ਹਾਂ, ਸੋ ਉਹ 11 ਜੁਲਾਈ ਨੂੰ ਕੀ ਕਰ ਸਕਦਾ ਹੈ ਜੀ, ਕਿਉਂਕਿ 12 ਜੁਲਾਈ ਨੂੰ ਤਾਂ ਐਡਮਿਟ ਕਾਰਡ ਹੀ ਆ ਜਾਣਗੇ। 11 ਜੁਲਾਈ ਨੂੰ ਉਹ 1500 ਰੁਪਇਆ ਫਾਈਨ 1500 ਰੁਪਏ ਐਕਸਟਰਾ ਦੇ ਕੇ ਮਤਲਬ ਇਹ ਜਿਹੜਾ ਆਨਲਾਈਨ ਫਾਰਮ ਹੈ ਇਹਨੂੰ ਇਹ ਫਿਲ ਕਰਨਾ ਪਊਗਾ। ਭਾਵ ਇਹ ਮੰਨ ਲਓ ਕਿ ਜੇਕਰ ਉਹ ਬੱਚਾ ਜਨਰਲ ਕੈਟਾਗਰੀ ਦਾ ਸੀਗਾ 2400 ਤਾਂ ਉਹਨੂੰ ਦੇਣਾ ਹੀ ਪੈਣਾ। ਠੀਕ ਹੈ ਜੀ, ਉਹਦੇ ਨਾਲ ਉਹਨੂੰ 1500 ਰੁਪਏ ਜਿਹੜਾ ਹੈ ਜੀ ਉਹ ਫਾਈਨ ਦੇ ਕੇ ਇੱਥੇ ਆਨਲਾਈਨ ਅਪਲਾਈ ਉਹ ਕਰ ਸਕਦਾ। ਠੀਕ ਹੈ ਜੀ, ਬਟ ਇਸ ਸਟੂਡੈਂਟ ਨੂੰ ਇਹ ਮੌਕਾ ਨਹੀਂ ਦਿੱਤਾ ਜਾਏਗਾ ਕਿ ਉਹ ਆਪਦੇ ਜ਼ਿਲ੍ਹੇ 'ਚ ਪੇਪਰ ਦੇ ਸਕਦਾ। ਜਿਵੇਂ ਕਿ ਹੁਣ ਜਿਹੜੇ ਸੈਂਟਰ ਨੇ ਹਰ ਜ਼ਿਲ੍ਹੇ ਵਿੱਚ ਸੈਂਟਰ ਬਣਨਗੇ। ਠੀਕ ਹੈ ਜੀ, ਜਿਵੇਂ ਕਿ ਫਾਜ਼ਿਲਕਾ ਹੋ ਗਿਆ, ਫਿਰੋਜ਼ਪੁਰ ਹੋ ਗਿਆ, ਲੁਧਿਆਣਾ ਹੋ ਗਿਆ, ਹਰ ਜ਼ਿਲ੍ਹੇ ਦੇ ਵਿੱਚ ਤੁਹਾਨੂੰ ਜਿਹੜੇ ਸੈਂਟਰ ਨੇ ਜੀ ਉਹ ਵੇਖਣ ਨੂੰ ਮਿਲਣਗੇ। ਬਟ ਜੇਕਰ ਆਪਾਂ ਗੱਲ ਕਰੀਏ ਜਿਹੜਾ ਇਹ ਕੈਂਡੀਡੇਟ ਸੀ
जिन्हें कि लेट फीस भरी है, ठीक है जी। ਇਹਨੂੰ ਫਿਰ ਬਾਅਦ ਵਿੱਚ ਮੌਕਾ ਨਹੀਂ ਦਿੱਤਾ ਜਾਏਗਾ ਕਿ ਆਪਣੇ ਜ਼ਿਲ੍ਹੇ ਵਿੱਚ ਪੇਪਰ ਦਊਗਾ, ਉਹਨੂੰ ਅੰਮ੍ਰਿਤਸਰ ਆ ਕੇ ਹੀ ਪੇਪਰ ਦੇਣਾ ਪੈਣਾ, ਠੀਕ ਹੈ ਜੀ। ਜਿਹੜਾ ਐਂਟਰੈਂਸ ਟੈਸਟ ਦੀ ਜਿਹੜੀ ਡੇਟ ਹੈਗੀ ਜੀ ਉਹ ਹੈ 24 ਜੁਲਾਈ, ਐਤਵਾਰ ਦੇ ਦਿਨ 10:30 ਤੋਂ ਲੈ ਕੇ 1 ਵਜੇ ਤੱਕ ਜਿਹੜਾ ਇਹ ਪੇਪਰ ਹੈ ਜੀ ਇਹ ਚੱਲੂਗਾ, ਠੀਕ ਹੈ ਜੀ। ਕਦੋਂ? 24 ਜੁਲਾਈ ਨੂੰ। ਜੇਕਰ ਆਪਾਂ ਗੱਲ ਕਰੀਏ ਆਨਸਰ ਕੀ ਦੀ, ਇਹ 25 ਜੁਲਾਈ ਨੂੰ ਜਿਹੜੀ ਤੁਹਾਡੀ ਆਨਸਰ ਕੀ ਹੈਗੀ ਹੈ ਜੀ ਪੰਜਾਬ BEdAdmission.org ਭਾਵ ਇਹਨਾਂ ਦੀ ਵੈਬਸਾਈਟ ਤੇ ਹੀ ਸ਼ੋ ਕਰ ਦਿੱਤੀ ਜਾਵੇਗੀ। ਜੇਕਰ ਆਪਾਂ ਗੱਲ ਕਰੀਏ ਲਾਸਟ ਡੇਟ ਆਫ ਸਬਮਿਸ਼ਨ ਆਫ ਆਬਜੈਕਸ਼ਨ, ਮੰਨ ਲਓ ਕਿ ਤੁਹਾਨੂੰ ਕੋਈ ਲੱਗਦਾ ਸੀਗਾ ਕਿ ਜਵਾਬ ਇਹ ਗਲਤ ਸੀ, ਇਹਨਾਂ ਨੇ ਸਹੀ ਲਾਇਆ ਜਾਂ ਫਿਰ ਗਲਤ ਲਾਇਆ, ਤੁਸੀਂ ਉਹਦੀ ਆਬਜੈਕਸ਼ਨ ਵੀ ਕਰ ਸਕਦੇ ਹੋ, ਇਹਦਾ ਵੀ ਤੁਹਾਨੂੰ ਟਾਈਮ ਦਿੱਤਾ ਜਾਏਗਾ 27 ਜੁਲਾਈ ਨੂੰ। ਇਸੇ ਤਰ੍ਹਾਂ ਇਹ ਜਿਹੜੀਆਂ ਸੀਟਸ ਨੇ ਜੀ, ਸਬਜੈਕਟ ਕੰਬੀਨੇਸ਼ਨ ਹੈ ਜੀ, ਕਿਹੜੇ ਕਾਲਜ ਦੇ ਵਿੱਚ ਕਿਹੜੀਆਂ ਸੀਟਸ ਵੇਖਣ ਨੂੰ ਮਿਲਦੀਆਂ ਨੇ ਜੀ, ਕਿਹੜੇ ਸਬਜੈਕਟ ਨੇ ਜੀ, ਇਹ ਤੁਹਾਨੂੰ 30 ਜੁਲਾਈ ਨੂੰ ਸ਼ੋ ਕਰ ਦਿੱਤੇ ਜਾਣਗੇ। ਤੇ ਐਂਟਰੈਂਸ ਟੈਸਟ ਦਾ ਜਿਹੜਾ ਰਿਜ਼ਲਟ ਹੈਗਾ ਜੀ ਇਹਨਾਂ ਦੇ ਵੈਬ ਪੋਰਟਲ ਤੇ punjab.bed.admission.org ਤੇ ਇਹ 1 ਅਗਸਤ ਨੂੰ ਸ਼ੋ ਕਰ ਦਿੱਤਾ ਜਾਣਾ ਹੈ। ਤੇ ਇਸ ਤੋਂ ਬਾਅਦ ਤੁਹਾਨੂੰ ਮੌਕਾ ਦਿੱਤਾ ਜਾਏਗਾ ਕਿ ਜਿਹੜੇ ਸਟੂਡੈਂਟ ਆਪਦੇ ਜਿਹੜੇ ਮਾਰਕਸ ਹੈਗੇ ਨੇ ਜੀ ਉਹ ਨਹੀਂ ਫਿਲ ਕਰ ਸਕੇ ਸੀ, ਉਹ 2 ਅਗਸਤ ਤੋਂ ਲੈ ਕੇ 14 ਅਗਸਤ ਤੱਕ ਆਪ ਦਾ ਜਿਹੜਾ ਉਹ ਨੰਬਰ ਹੈ ਜੀ ਉਹ ਫਿਲ ਕਰ ਸਕਦੇ ਨੇ। ਇਸ ਤੋਂ ਬਾਅਦ ਜਿਹੜੀ ਫਸਟ ਆਨਲਾਈਨ ਜਿਹੜੀ ਕਾਉਂਸਲਿੰਗ ਹੋਏਗੀ ਜੀ ਉਹ 2 ਅਗਸਤ 2022 ਤੋਂ ਲੈ ਕੇ 14 ਅਗਸਤ ਤੱਕ ਇਹ ਤੁਹਾਨੂੰ ਵੇਖਣ ਨੂੰ ਮਿਲੇਗੀ। ਮਤਲਬ ਮੈਂ ਥੋੜਾ ਜਿਹਾ ਇੱਥੇ ਗਲਤ ਬੋਲ ਗਿਆ, ਇੱਥੇ ਮਤਲਬ ਕਿ ਆਨਲਾਈਨ ਚੋਇਸ ਫਿਲਿੰਗ ਬਾਈ ਕੈਂਡੀਡੇਟ ਆਫ ਮੇਜਰ ਸਬਜੈਕਟ ਕੰਬੀਨੇਸ਼ਨ ਐਂਡ ਕਾਲਜ, ਠੀਕ ਹੈ ਜੀ। ਸੋ ਮਤਲਬ ਕਿ ਆਨਲਾਈਨ ਫਸਟ ਕਾਉਂਸਲਿੰਗ ਦੀ ਜੇਕਰ ਆਪਾਂ ਗੱਲ ਕਰੀਏ ਤੇ ਤੁਹਾਨੂੰ ਇਹ ਜਿਹੜੇ ਸਾਰੇ ਪ੍ਰੋਸੀਜਰ ਨੇ ਫੋਲੋ ਕਰਨੇ ਪੈਣਗੇ, ਫਿਰ ਹੀ ਤੁਸੀਂ ਆਨਲਾਈਨ ਕਾਉਂਸਲਿੰਗ ਦੇ ਵਿੱਚ ਪਾਰਟਿਸਿਪੇਟ ਕਰ ਸਕਦੇ ਹੋ। 2 ਅਗਸਤ 2022 ਤੋਂ ਲੈ ਕੇ 14 ਅਗਸਤ 2022 ਤੱਕ ਤੁਸੀਂ ਆਪਦਾ ਜਿਹੜਾ ਇੱਥੇ ਨੰਬਰ ਹੈਗੇ ਆ ਜੀ ਜਾਂ ਫਿਰ ਜਿਹੜੇ ਵੀ ਕੈਂਡੀਡੇਟਸ ਨੇ ਜੀ ਉਹ ਆਪਦੇ ਮੇਜਰ ਸਬਜੈਕਟ ਕੰਬੀਨੇਸ਼ਨ ਤੇ ਕਾਲਜ ਹੈਗੇ ਨੇ ਜੀ ਉਹ ਫਿਲ ਕਰਨਗੇ। ਉੱਥੇ ਤੁਹਾਨੂੰ ਆਪਸ਼ਨ ਦਿੱਤੀ ਜਾਏਗੀ ਕੋਈ ਵੀ ਤੁਸੀਂ 10 ਕਾਲਜ ਫਿਲ ਕਰੋ, ਸੋ ਉੱਥੇ ਤੁਸੀਂ ਇਹ ਸਾਰੀਆਂ ਇਨਫੋਰਮੇਸ਼ਨਾਂ ਨੂੰ ਫਿਲ ਕਰ ਸਕਦੇ ਹੋ। ਪ੍ਰੋਵੀਜ਼ਨਲ ਜਿਹੜੀ ਮੈਰਿਟ ਲਿਸਟ ਹੈ ਜੀ ਉਹ 16 ਅਗਸਤ ਨੂੰ ਸ਼ੋ ਕੀਤੀ ਜਾਣੀ ਹੈ। ਜੇਕਰ ਮੰਨ ਲਓ ਕਿ ਤੁਹਾਨੂੰ ਲੱਗਦਾ ਹੈ ਕਿ ਹਾਂ ਵੀ ਸਾਡੇ ਫਾਰਮ ਦੇ ਵਿੱਚ ਇਹ ਮਿਸਟੇਕ ਸੀਗੀ, ਮੇਰੇ ਮਾਰਕਸ ਗਲਤ ਭਰੇ ਗਏ ਨੇ, ਤੁਸੀਂ ਉਹਨਾਂ ਨੂੰ ਈਮੇਲ ਕਰਕੇ ਦੱਸ ਸਕਦੇ ਹੋ, ਠੀਕ ਹੈ ਜੀ। 17 ਅਗਸਤ ਦੀ ਗੱਲ ਕਰ ਰਿਹਾ ਕਿ ਇੰਨੇ ਟਾਈਮ ਤੋਂ ਪਹਿਲਾਂ ਤੁਸੀਂ ਉਹਨਾਂ ਨੂੰ ਦੱਸ ਸਕਦੇ ਹੋ ਕਿ ਹਾਂ ਵੀ ਸਾਡੀ ਇਹ ਗਲਤੀ ਹੋ ਚੁੱਕੀ ਹੈ, ਤੁਸੀਂ ਇਹਨੂੰ ਸਹੀ ਕਰ ਦਿਓ। ਸੋ ਤੁਹਾਨੂੰ ਮੌਕਾ ਦੇਣਗੇ ਸਾਰਾ ਕੁਝ ਸਹੀ ਕਰਨ ਦਾ। ਉਸ ਤੋਂ ਬਾਅਦ ਜਿਹੜੀ ਫਾਈਨਲ ਜਿਹੜੀ ਮੈਰਿਟ ਲਿਸਟ ਹੈ ਜੋ 18 ਅਗਸਤ ਨੂੰ 2022 ਦੇ ਵਿੱਚ ਸ਼ੋ ਕੀਤੀ ਜਾਣੀ ਹੈ। ਤੇ ਉਸ ਤੋਂ ਬਾਅਦ ਆਨਲਾਈਨ ਐਲੋਕੇਸ਼ਨ ਸੀਟਸ ਨੰਬਰਾਂ ਦੇ ਆਧਾਰ ਤੇ ਤੁਹਾਨੂੰ ਜਿਹੜੇ ਕਾਲਜ ਨੇ ਜੀ ਉਹ ਅਲਾਟ ਕਰ ਦਿੱਤੇ ਜਾਣਗੇ 23 ਅਗਸਤ 2022 ਨੂੰ। ਇਸ ਤੋਂ ਬਾਅਦ ਤੁਸੀਂ ਰਿਪੋਰਟਿੰਗ ਕਰਨੀ ਹੈ 24 ਅਗਸਤ ਤੋਂ ਲੈ ਕੇ 27 ਅਗਸਤ ਤੱਕ। ਮੰਨ ਲਓ ਕਿ ਜੇਕਰ ਤੁਸੀਂ ਇਹਨਾਂ ਕਾਲਜਾਂ ਦੇ ਵਿੱਚ ਨਹੀਂ ਜਾ ਪਾਉਂਦੇ, ਠੀਕ ਹੈ ਜੀ, ਫਿਰ ਤੁਹਾਡਾ ਜਿਹੜਾ ਨਾਮ ਹੈ ਜੀ ਉਹ ਉਸ ਕਾਲਜ ਦੇ ਵਿੱਚੋਂ ਮਤਲਬ ਰਿਜੈਕਟ ਕਰ ਦਿੱਤਾ ਜਾਏਗਾ ਕਿ ਹਾਂ ਵੀ ਇਸ ਬੱਚੇ ਦਾ ਜਿਹੜਾ ਨਾਮ ਹੈ ਜੀ ਇਸ ਕਾਲਜ ਵਿੱਚ ਆਇਆ ਸੀ ਬਟ ਇਸ ਬੱਚੇ ਨੇ ਐਡਮਿਸ਼ਨ ਨਹੀਂ ਕਰਵਾਈ, ਸੋ ਜਿਹਦੇ ਕਰਕੇ ਆਪਾਂ ਇਹ ਮੰਨ ਲੈਂਦੇ ਹਾਂ ਕਿ ਬੱਚਾ ਇਸ ਕਾਲਜ ਵਿੱਚ ਐਡਮਿਸ਼ਨ ਨਹੀਂ ਕਰਵਾਉਣਾ ਚਾਹੁੰਦਾ, ਸੋ ਜਿਹਦੇ ਕਰਕੇ ਉਹ ਜਿਹੜੀ ਸੀਟ ਹੈ ਜੀ ਉਹ ਖਾਲੀ ਸ਼ੋ ਕਰ ਦਿੱਤੀ ਜਾਏਗੀ ਤੇ ਨੈਕਸਟ ਕਾਉਂਸਲਿੰਗ ਦੇ ਵਿੱਚ ਹੋਰ ਜਿਹੜੇ ਸਟੂਡੈਂਟ ਹੋਣਗੇ ਜੀ ਉਸ ਕਾਲਜ ਦੇ ਵਿੱਚ ਐਡਮਿਸ਼ਨ ਲੈਣ ਦਾ ਜਿਹੜਾ ਮੌਕਾ ਹੈ ਜੀ ਉਹ ਦਿੱਤਾ ਜਾਵੇਗਾ। ਬਾਕੀ ਆਪਾਂ ਹੁਣ ਸੈਕੰਡ ਕਾਉਂਸਲਿੰਗ ਦੀ ਗੱਲ ਨਹੀਂ ਕਰਾਂਗੇ, ਟਾਈਮ ਟੂ ਟਾਈਮ ਮੈਂ ਤੁਹਾਨੂੰ ਰੈਗੂਲਰ ਅਪਡੇਟਸ ਦਿੰਦਾ ਰਹੂੰਗਾ ਜੇਕਰ ਕੋਈ ਹੋਰ ਨਵੀਂ ਜਾਣਕਾਰੀ ਇੱਥੇ ਆਊਗੀ। ਹੁਣ ਆਪਾਂ ਗੱਲ ਕਰ ਲੈਂਦੇ ਆ ਜੀ ਸਬਜੈਕਟ ਕੰਬੀਨੇਸ਼ਨ ਦੀ, ਠੀਕ ਹੈ ਜੀ, ਕਿ ਤੁਸੀਂ ਸਬਜੈਕਟ ਜਿਹੜੇ ਨੇ ਜੀ ਉਹ ਤੁਸੀਂ ਕਿਵੇਂ ਚੂਜ਼ ਕਰ ਸਕਦੇ ਹੋ। ਇਹ ਗੱਲ ਦੱਸਣ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਵੀ ਦੱਸ ਦਿੰਨਾ ਕਿ ਇਹ ਜਿਹੜੇ ਤੁਹਾਡੇ ਸਾਹਮਣੇ ਸੈਂਟਰ ਵਿਖ ਰਹੇ ਨੇ ਅੰਮ੍ਰਿਤਸਰ, ਫਰੀਦਕੋਟ, ਗੁਰਦਾਸਪੁਰ, ਲੁਧਿਆਣਾ, ਮੁਕਤਸਰ, SAS ਨਗਰ, ਸੰਗਰੂਰ, ਪਠਾਨਕੋਟ, ਮਲੇਰਕੋਟਲਾ, ਹੁਸ਼ਿਆਰਪੁਰ, ਫਤਿਹਗੜ੍ਹ ਸਾਹਿਬ, ਬਰਨਾਲਾ, ਬਠਿੰਡਾ, ਫਾਜ਼ਿਲਕਾ, ਜਲੰਧਰ, ਮਾਨਸਾ, ਪਟਿਆਲਾ, SBS ਨਗਰ ਜਿਹਨੂੰ ਨਵਾਂ ਸ਼ਹਿਰ ਵੀ ਕਹਿੰਦੇ ਆ, ਚੰਡੀਗੜ੍ਹ, ਫਿਰੋਜ਼ਪੁਰ, ਕਪੂਰਥਲਾ, ਮੋਗਾ, ਰੂਪਨਗਰ ਤੇ ਤਰਨਤਾਰਨ, ਇਹ ਸਾਰੇ ਕੀ ਬਣਨਗੇ ਜੀ, ਇੱਥੇ ਤੁਹਾਡਾ ਜਿਹੜਾ ਪ੍ਰੀਖਿਆ ਕੇਂਦਰ ਹੈ ਜੀ ਇਹ ਇੱਥੇ ਬਣਾਇਆ ਜਾਵੇਗਾ, ਠੀਕ ਹੈ ਜੀ। ਐਂਡ ਜਦੋਂ ਤੁਸੀਂ ਆਨਲਾਈਨ ਫਾਰਮ ਫਿਲ ਕਰੋਗੇ ਤੁਹਾਨੂੰ ਇੱਥੇ ਕੋਈ ਵੀ ਜਿਹੜੇ 3 ਦੂਜੇ ਹੈਗੇ ਨੇ ਜੀ ਜਿਹੜੇ ਸੈਂਟਰ ਨੇ ਜੀ ਉਹ ਪੁੱਛੇ ਜਾਣਗੇ। ਮੰਨ ਲਓ ਕਿ ਕੋਈ ਇਹੋ ਜਿਹਾ ਸੈਂਟਰ ਸੀ ਜਿੱਥੇ 300 ਕੈਂਡੀਡੇਟ ਵੀ ਨਹੀਂ ਹੋ ਸਕੇ, ਜਿਵੇਂ ਕਿ ਮੈਂ ਅੰਮ੍ਰਿਤਸਰ ਦੀ ਐਗਜ਼ਾਮਪਲ ਲੈ ਲੈਣਾ ਜਾਂ ਫਿਰ ਫਰੀਦਕੋਟ ਦੀ ਮੈਂ ਐਗਜ਼ਾਮਪਲ ਲੈਣਾ। ਜਿਵੇਂ ਮੰਨ ਲਓ ਫਰੀਦਕੋਟ ਦੇ ਵਿੱਚ ਜਿਹੜੇ ਟੋਟਲ ਕੈਂਡੀਡੇਟ ਸੀ ਜਿਨ੍ਹਾਂ ਨੇ ਫਸਟ ਪ੍ਰੈਫਰੈਂਸ ਦੇ ਵਿੱਚ ਫਰੀਦਕੋਟ ਨਹੀਂ ਭਰਿਆ, 300 ਬੱਚਿਆਂ ਦੀ ਗੱਲ ਕਰ ਰਿਹਾ, ਮਤਲਬ ਕਿ ਜੇਕਰ ਕਿਸੇ ਸੈਂਟਰ ਦੇ ਵਿੱਚ 300 ਤੋਂ ਘੱਟ ਬੱਚੇ ਆ ਰਹੇ ਨੇ ਸੋ ਉਹਨਾਂ ਨੂੰ ਉੱਥੇ ਉਸ ਸੈਂਟਰ ਦੇ ਵਿੱਚ ਉਹਨਾਂ ਦਾ ਸਟੇਸ਼ਨ ਹੀ ਨਹੀਂ ਬਣਾਇਆ ਜਾਣਾ, ਮਤਲਬ ਕਿ ਉੱਥੇ ਸੈਂਟਰ ਹੀ ਨਹੀਂ ਬਣਾਇਆ ਜਾਊਗਾ ਜੇਕਰ ਉੱਥੇ 300 ਬੱਚੇ ਤੋਂ ਘੱਟ ਹੋਣਗੇ। ਸੋ ਉਹਨਾਂ ਨੂੰ ਜਿਹੜੀ ਦੂਜੀ ਪ੍ਰੈਫਰੈਂਸ ਤੁਸੀਂ ਫਿਲ ਕੀਤੀ ਹੋਊਗੀ, ਮੰਨ ਲਓ ਕਿ ਤੁਹਾਨੂੰ ਉੱਥੇ ਤੁਸੀਂ 3 ਜ਼ਿਲ੍ਹੇ ਭਰੇ ਹੋਣਗੇ ਤੇ ਤੁਹਾਨੂੰ ਦੂਜਾ ਜਿਹੜਾ ਜ਼ਿਲ੍ਹਾ ਫਿਲ ਕੀਤਾ ਹੋਊਗਾ ਤੁਹਾਨੂੰ ਉੱਥੇ ਫਿਰ ਮੌਕਾ ਦਿੱਤਾ ਜਾਊਗਾ ਪੇਪਰ ਦੇਣ ਦਾ, ਠੀਕ ਹੈ ਜੀ। ਐਂਡ ਤੁਹਾਡੇ ਐਡਮਿਟ ਕਾਰਡ ਤੇ ਪਤਾ ਲੱਗ ਜਾਊਗਾ ਜਦੋਂ ਵੀ ਐਡਮਿਟ ਕਾਰਡ ਆਏ ਕਿ ਤੁਹਾਡਾ ਜਿਹੜਾ ਐਗਜ਼ਾਮੀਨੇਸ਼ਨ ਸੈਂਟਰ ਹੈ ਜੀ ਉਹ ਕਿਹੜਾ ਬਣਾਇਆ ਗਿਆ ਇਹਨਾਂ ਦੁਆਰਾ। ਹੁਣ ਜੇਕਰ ਆਪਾਂ ਐਲੀਜੀਬਿਲਟੀ ਦੀ ਗੱਲ ਕਰੀਏ, ਮੈਂ ਤੁਹਾਨੂੰ ਪਹਿਲਾਂ ਦੱਸ ਹੀ ਦਿੱਤਾ ਹੈ ਕਿ ਜਿਹੜੇ ਕੈਂਡੀਡੇਟਸ ਹੈਗੇ ਨੇ ਜੀ ਉਹਨਾਂ ਦੇ ਲਗਭਗ 50% ਜਿਹੜੇ ਨੰਬਰ ਹੈਗੇ ਨੇ ਜੀ BA ਦੇ ਵਿੱਚ ਹੋਣੇ ਚਾਹੀਦੇ ਨੇ ਤੇ ਜਿਹੜੇ ਰਿਜ਼ਰਵਡ ਕੈਟਾਗਰੀ ਵਾਲੇ ਸਟੂਡੈਂਟ ਨੇ ਜੀ ਉਹਨਾਂ ਦੇ ਲਗਭਗ 45% ਜਿਹੜੇ ਮਾਰਕਸ ਨੇ ਜੀ ਉਹ ਡਿਗਰੀ ਵਿੱਚ ਹੋਣੇ ਚਾਹੀਦੇ ਨੇ। ਇੱਕ ਵਾਰ ਮੈਂ ਤੁਹਾਨੂੰ ਜਿਹੜੇ ਮੇਜਰ ਸਬਜੈਕਟ ਹੁੰਦੇ ਨੇ ਜੀ ਉਹਨਾਂ ਦੀ ਵੀ ਗੱਲ ਸਮਝਾ ਦਿੰਨਾ। ਮੇਜਰ ਸਬਜੈਕਟ ਵੇਖ ਲਓ ਜੀ, ਟੀਚਿੰਗ ਆਫ ਐਗਰੀਕਲਚਰ, ਟੀਚਿੰਗ ਆਫ ਕਮਰਸ, ਟੀਚਿੰਗ ਆਫ ਕੰਪਿਊਟਰ ਐਜੂਕੇਸ਼ਨ, ਟੀਚਿੰਗ ਆਫ ਇਕਨੋਮਿਕਸ, ਟੀਚਿੰਗ ਆਫ ਇੰਗਲਿਸ਼, ਟੀਚਿੰਗ ਆਫ ਫਾਈਨ ਆਰਟਸ ਐਂਡ ਆਰਟਸ, teaching of geography, teaching of Hindi, teaching of history, teaching of mathematics, teaching of life science, teaching of home science, teaching of music, teaching of physical education, teaching of physical science,
teaching of political science, teaching of public administration, teaching of Punjabi, teaching of Sanskrit, teaching of science, teaching of social studies, teaching of special education, teaching of sociology। ठीक है जी। सो मतलब ਇਹ ਤੁਹਾਨੂੰ ਲਗਭਗ ਜਿਹੜੇ 23 ਸਬਜੈਕਟ ਨੇ ਜੀ ਇਹ ਤੁਹਾਨੂੰ ਮੇਜਰ ਸਬਜੈਕਟ ਵੇਖਣ ਨੂੰ ਮਿਲਦੇ ਆ। ਠੀਕ ਹੈ ਜੀ, ਇਹ ਕੀ ਹੈ ਜੀ, ਇਹ ਮੇਜਰ ਸਬਜੈਕਟ ਨੇ। ਜੇਕਰ ਆਪਾਂ ਗੱਲ ਕਰੀਏ ਜਿਹੜੇ ਕਿ BSc ਮੈਡੀਕਲ ਵਾਲੇ ਸਟੂਡੈਂਟ ਨੇ ਉਹ ਇਹ 6 ਜਿਹੜੇ ਕੰਬੀਨੇਸ਼ਨ ਨੇ ਜੀ ਉਹ ਬਣਾ ਸਕਦੇ ਨੇ। ਜਿਵੇਂ ਕਿ ਉਹਨਾਂ ਦਾ ਜਿਹੜਾ ਮੇਜਰ ਸਬਜੈਕਟ ਕੀ ਹੋ ਜਾਊਗਾ ਜੀ, ਸਾਇੰਸ ਹੋ ਸਕਦਾ, ਲਾਈਫ ਸਾਇੰਸ ਹੋ ਸਕਦਾ, ਸਾਇੰਸ ਹੋ ਸਕਦਾ, ਸਾਇੰਸ ਇਸ ਤੋਂ ਬਾਅਦ ਫਿਰ ਲਾਈਫ ਸਾਇੰਸ ਤੇ ਫਿਜ਼ੀਕਲ ਸਾਇੰਸ। ਤੇ ਇਹਦੇ ਨਾਲ ਵੇਖ ਲਓ ਕਿੰਨੇ ਕੰਬੀਨੇਸ਼ਨ ਇਹਨਾਂ ਨੇ ਬਣਾਏ ਹੋਏ ਆ। ਜਿਵੇਂ ਕਿ ਸਾਇੰਸ ਨਾਲ ਜਿਹੜਾ ਇਹਨਾਂ ਨੇ ਲੈਂਗੁਏਜ ਦਾ ਕੰਬੀਨੇਸ਼ਨ ਬਣਾਇਆ, ਇਹ ਲੈਂਗੁਏਜ ਕੀ ਹੈ ਜੀ, ਮਾਈਨਰ ਸਬਜੈਕਟ ਹੈ। ਇਹ ਜਿਹੜਾ ਮਾਈਨਰ ਸਬਜੈਕਟ ਹੈ ਨਾ ਇਹ ਹੋਪਸੋ ਤੁਸੀਂ 6 ਮਹੀਨੇ ਪੜਿਆ ਹੋਵੇ। ਠੀਕ ਹੈ ਜੀ, ਜਾਂ ਫਿਰ ਕਹਿ ਲਓ ਕਿ ਇਹ ਹੁਣ ਡਿਪੈਂਡ ਕਰਦਾ ਕਿ ਤੁਸੀਂ ਕਿਹੜੇ ਯੂਨੀਵਰਸਿਟੀ ਤੋਂ ਪੜ੍ਹੇ ਹੋ। ਕਈ ਵਾਰ ਜਿਵੇਂ ਕਿ 3 ਸਾਲ ਹੀ, ਵੈਸੇ ਤਾਂ ਚਲੋ BSc ਵਾਲੇ ਜਿਹੜੇ ਸਟੂਡੈਂਟ ਹੁੰਦੇ ਨੇ ਇਹਨਾਂ ਨੂੰ 1 ਜਾਂ ਫਿਰ 2 ਸਾਲ ਹੀ ਜਿਹੜੇ ਲੈਂਗੁਏਜ ਨੇ ਜੀ ਉਹ ਪੜ੍ਹਾਈ ਜਾਂਦੀ ਆ। ਸੋ ਜਿਹਦੇ ਕਰਕੇ ਇਹਨਾਂ ਦਾ ਜਿਹੜਾ ਲੈਂਗੁਏਜ ਦਾ ਜਿਹੜਾ ਕੰਬੀਨੇਸ਼ਨ ਹੈ ਜੀ ਇਹ ਇਹਨਾਂ ਨੇ ਇਸ ਤਰ੍ਹਾਂ ਬਣਾਇਆ ਹੋਇਆ। ਠੀਕ ਹੈ ਜੀ, ਜਿਵੇਂ ਕਿ ਸਾਇੰਸ ਨਾਲ ਇਹਨਾਂ ਨੇ ਲੈਂਗੁਏਜ ਦਾ ਕੰਬੀਨੇਸ਼ਨ ਬਣਾਇਆ ਹੋਇਆ ਤੇ ਇੱਥੇ ਸਾਇੰਸ ਨਾਲ ਲਾਈਫ ਸਾਇੰਸ ਦਾ ਕੰਬੀਨੇਸ਼ਨ ਬਣਾਇਆ ਹੋਇਆ। ਲਾਈਫ ਸਾਇੰਸ ਨਾਲ ਲੈਂਗੁਏਜ ਦਾ ਕੰਬੀਨੇਸ਼ਨ ਬਣਾਇਆ ਹੋਇਆ ਤੇ ਲਾਈਫ ਸਾਇੰਸ ਨਾਲ ਫਿਜ਼ੀਕਲ ਸਾਇੰਸ ਦਾ ਕੰਬੀਨੇਸ਼ਨ ਬਣਾਇਆ ਹੋਇਆ। ਤੇ ਦੋਸਤੋ ਇੱਕ ਵਾਰ ਇਹ ਵੀ ਕਾਫੀ ਵਾਰ ਡਾਊਟ ਆ ਜਾਂਦਾ ਕਿ ਮੰਨ ਲਓ ਕੋਈ ਸਟੂਡੈਂਟ ਇੱਥੇ ਚੂਜ਼ ਕਰ ਲੈਂਦਾ ਲਾਈਫ ਸਾਇੰਸ ਤੇ ਲੈਂਗੁਏਜ। ਠੀਕ ਹੈ ਜੀ, ਲਾਈਫ ਸਾਇੰਸ ਤੇ ਲੈਂਗੁਏਜ ਚੂਜ਼ ਕਰਨ ਤੋਂ ਬਾਅਦ ਕੀ ਉਹ ਸਟੂਡੈਂਟ ਅੱਗੇ ਮਾਸਟਰ ਕਾਡਰ ਦਾ ਜਦੋਂ ਐਗਜ਼ਾਮ ਦੇਵੇਗਾ ਕਿ ਉਹ ਐਲੀਜੀਬਲ ਹੋਊਗਾ ਸਾਇੰਸ ਟੀਚਰ ਬਣਨ ਦੇ ਲਈ? ਸੋ ਬਿਲਕੁਲ, ਭਾਵੇਂ ਤੁਸੀਂ ਫਿਜ਼ੀਕਲ ਸਾਇੰਸ ਪੜੋ, ਭਾਵੇਂ ਲਾਈਫ ਸਾਇੰਸ ਪੜੋ, ਭਾਵੇਂ ਤੁਸੀਂ ਸਾਇੰਸ ਪੜੋ। ਠੀਕ ਹੈ ਜੀ, ਸੋ ਇਹਨਾਂ ਵਿੱਚੋਂ ਤੁਸੀਂ ਕੋਈ ਵੀ ਸਬਜੈਕਟ ਚੂਜ਼ ਕਰੋ, ਤੁਸੀਂ ਅੱਗੇ ਫਿਊਚਰ ਦੇ ਵਿੱਚ ਮਾਸਟਰ ਕਾਡਰ ਦੇ ਲਈ ਐਲੀਜੀਬਲ ਹੁੰਦੇ ਹੋ। ਵੈਸੇ ਦੋਸਤੋ ਸਾਇੰਸ ਦੇ ਵਿੱਚ ਤਾਂ ਇਹ ਦੋਵੇਂ ਚੀਜ਼ਾਂ ਆ ਜਾਂਦੀਆਂ ਨੇ, ਲਾਈਫ ਸਾਇੰਸ ਤੇ ਫਿਜ਼ੀਕਲ ਸਾਇੰਸ। ਬਾਕੀ ਜਿਹੜੇ ਸਾਇੰਸ ਵਾਲੇ ਸਟੂਡੈਂਟ ਹੋਣਗੇ ਉਹਨਾਂ ਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ। ਠੀਕ ਹੈ ਜੀ, ਹੁਣ ਆਪਾਂ ਗੱਲ ਕਰੀਏ BSc ਨਾਨ ਮੈਡੀਕਲ ਦੀ। ਇੱਥੇ ਵੇਖ ਲਓ ਕੁਝ ਕੰਬੀਨੇਸ਼ਨ ਬਣਦੇ ਨੇ ਜੀ, ਸਾਇੰਸ ਨਾਲ ਲੈਂਗੁਏਜ ਦਾ, ਸਾਇੰਸ ਨਾਲ ਮੈਥਸ ਦਾ, ਫਿਜ਼ੀਕਲ ਸਾਇੰਸ ਨਾਲ ਲੈਂਗੁਏਜ ਦਾ, ਫਿਜ਼ੀਕਲ ਸਾਇੰਸ ਨਾਲ ਮੈਥਸ ਦਾ, ਫਿਜ਼ੀਕਲ ਸਾਇੰਸ ਨਾਲ ਸਾਇੰਸ ਦਾ, ਸਾਇੰਸ ਦਾ ਕੰਪਿਊਟਰ ਐਜੂਕੇਸ਼ਨ ਜਾਂ ਕੰਪਿਊਟਰ ਨਾਲ, ਜਾਂ ਫਿਰ ਫਿਜ਼ੀਕਲ ਸਾਇੰਸ ਦਾ ਕੰਪਿਊਟਰ ਐਜੂਕੇਸ਼ਨ ਜਾਂ ਕੰਪਿਊਟਰ ਸਾਇੰਸ ਨਾਲ, ਜਾਂ ਫਿਰ ਮੈਥ ਦਾ ਲੈਂਗੁਏਜ ਨਾਲ, ਕੰਪਿਊਟਰ ਐਜੂਕੇਸ਼ਨ ਕੰਪਿਊਟਰ ਲੈਂਗੁਏਜ ਦੇ ਨਾਲ। ਵੈਸੇ ਦੋਸਤੋ ਜੇਕਰ ਤੁਹਾਨੂੰ ਕੋਈ ਗੱਲ ਇੱਥੇ ਨਾ ਸਮਝ ਲੱਗੀ ਨਾ, ਤੁਸੀਂ ਨਾ ਆਪਣੇ ਟੈਲੀਗ੍ਰਾਮ ਚੈਨਲ ਤੇ ਜਾਂ ਫਿਰ ਤੁਸੀਂ ਇੱਕ ਮੇਰਾ WhatsApp ਨੰਬਰ ਹੈਗਾ ਜੀ, ਤੁਸੀਂ ਉੱਥੇ ਵੀ ਮੈਨੂੰ ਮੈਸੇਜ ਕਰਕੇ ਆਪਦੀ ਜਿਹੜੀ ਕੁਐਰੀ ਹੈ ਜੀ ਉਹ ਸੋਲਵ ਕਰ ਸਕਦੇ ਹੋ ਜੇਕਰ ਕਿਸੇ ਨੂੰ ਸਬਜੈਕਟ ਕੰਬੀਨੇਸ਼ਨ ਚੂਜ਼ ਕਰਨ ਦੇ ਵਿੱਚ ਪ੍ਰੋਬਲਮ ਆਉਂਦੀ ਹੈ। ਵੈਸੇ ਦੋਸਤੋ ਉਹ ਜਿਹੜਾ ਨੰਬਰ ਹੈਗਾ ਉਹ ਤੁਹਾਨੂੰ ਚੈਨਲ ਦੇ ਅਬਾਊਟ ਵਿੱਚ ਵੇਖਣ ਨੂੰ ਮਿਲ ਜਾਏਗਾ। ਠੀਕ ਹੈ ਜੀ, ਉੱਥੇ ਮੈਂ ਨੰਬਰ ਦਿੱਤਾ ਹੋਇਆ ਚੈਨਲ ਦੇ ਅਬਾਊਟ ਵਿੱਚ, ਤੁਸੀਂ WhatsApp ਤੇ ਮੈਨੂੰ ਮੈਸੇਜ ਕਰ ਸਕਦੇ ਹੋ। ਠੀਕ ਹੈ ਜੀ, ਸੋ ਹੁਣ ਵੇਖਦੇ ਹਾਂ BSc ਦੀ ਜੇ ਆਪਾਂ ਗੱਲ ਕਰੀਏ ਹੋਮ ਸਾਇੰਸ ਜਿਨ੍ਹਾਂ ਨੇ ਕੀਤੀ ਹੁੰਦੀ ਆ ਉਹਨਾਂ ਨੂੰ ਦੋ ਆਪਸ਼ਨ ਹੈਗੀਆਂ ਨੇ ਜੀ, ਹੋਮ ਸਾਇੰਸ ਨਾਲ ਉਹ ਲੈਂਗੁਏਜ ਲੈ ਸਕਦੇ ਨੇ ਜਾਂ ਫਿਰ ਹੋਮ ਸਾਇੰਸ ਨਾਲ ਸਾਇੰਸ ਲੈ ਸਕਦੇ ਨੇ। ਜਿਹੜੇ ਕਮਰਸ ਗ੍ਰੈਜੂਏਟ ਹੁੰਦੇ ਨੇ, ਵੈਸੇ ਦੋਸਤੋ ਇਹ ਜਿਹੜੀ B.Ed ਜਿਹੜੀ ਸਟਰੀਮ ਹੈਗੀ ਆ ਇਹਨਾਂ ਸਟੂਡੈਂਟ ਲਈ ਨਹੀਂ ਹੁੰਦੀ, ਕਿਉਂਕਿ ਇਹਨਾਂ ਦੀਆਂ ਜਿਹੜੀਆਂ ਪੋਸਟਾਂ ਹੁੰਦੀਆਂ ਨੇ ਇਹ ਆਉਂਦੀਆਂ ਹੀ ਨਹੀਂ, ਮਤਲਬ ਕਿ ਇਹਨਾਂ ਦੀਆਂ ਪੋਸਟਾਂ ਹੀ ਨਹੀਂ ਆਉਂਦੀਆਂ। ਜੇ ਮੈਂ ਗੱਲ ਕਰਾਂ ਕਮਰਸ ਤੇ ਇਕਨੋਮਿਕਸ ਦੀਆਂ, ਕਮਰਸ ਲੈਂਗੁਏਜ ਦੀਆਂ ਪੋਸਟਾਂ ਨਹੀਂ ਆਉਂਦੀਆਂ। ਲੈਂਗੁਏਜ ਦੀ ਤਾਂ ਚਲੋ ਆ ਜਾਂਦੀ, ਬਟ ਲੈਂਗੁਏਜ ਦੀ ਇਹਨਾਂ ਦੀ ਐਲੀਜੀਬਿਲਟੀ ਨਹੀਂ ਬਣਦੀ ਹੁੰਦੀ ਕਿਉਂਕਿ ਇਹਨਾਂ ਨੇ ਇਲੈਕਟਿਵ ਵਿਸ਼ਾ 3 ਸਾਲ ਨਹੀਂ ਪੜਿਆ ਹੁੰਦਾ। ਸੋ ਜਿਹਦੇ ਕਰਕੇ BCom BBA ਵਾਲੇ ਜਿਹੜੇ ਸਟੂਡੈਂਟ ਨੇ ਜਦੋਂ ਤੱਕ ਇਹ ਕੀ ਨਹੀਂ ਕਰਦੇ, ਇਹ ਜਦੋਂ ਤੱਕ ਆਪਦੇ ਸਬਜੈਕਟ ਦੀ MA ਨਹੀਂ ਕਰਦੇ। ਠੀਕ ਹੈ ਜੀ, ਮੰਨ ਲਓ ਕਿ ਇਹਨਾਂ ਨੇ ਕਮਰਸ ਦੀ ਜੇਕਰ ਇਹਨਾਂ ਨੇ MA ਨਹੀਂ ਕੀਤੀ, MCom ਕਹਿ ਸਕਦੇ ਆ ਜਿਹਨੂੰ, ਉਦੋਂ ਤੱਕ ਇਹਨਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਲੈਕਚਰਰ ਦੀਆਂ ਵੈਕੈਂਸੀਜ਼ ਆਉਂਦੀਆਂ ਨੇ ਬਸ ਕਿਹਦੇ ਵਿੱਚ, ਕਮਰਸ ਦੀਆਂ ਤੇ ਇਕਨੋਮਿਕਸ ਦੀਆਂ ਸਿਰਫ ਲੈਕਚਰਰ ਦੀਆਂ ਵੈਕੈਂਸੀਜ਼ ਆਉਂਦੀਆਂ ਨੇ ਤੇ ਉਹਦੇ ਲਈ ਤੁਸੀਂ ਫੇਰ ਹੀ ਐਲੀਜੀਬਲ ਹੁੰਦੇ ਹੋ ਜੇਕਰ ਤੁਸੀਂ ਮਾਸਟਰ ਡਿਗਰੀ ਕੀਤੀ ਹੋਵੇ। ਸੋ ਦੋਸਤੋ ਜੇਕਰ ਤੁਸੀਂ ਮਾਸਟਰ ਡਿਗਰੀ ਨਹੀਂ ਕੀਤੀ ਹੋਈ ਤੇ ਮੈਨੂੰ ਨਹੀਂ ਲੱਗਦਾ ਵੀ ਤੁਹਾਨੂੰ ਇਹ ਕਰਨ ਦਾ ਫਾਇਦਾ, ਬਟ ਚਲੋ ਮੇਰਾ ਕੰਮ ਸੀ ਦੱਸਣਾ। ਠੀਕ ਹੈ ਜੀ, ਬਾਕੀ ਤੁਸੀਂ ਕਰਨਾ ਚਾਹੋ ਨਾ ਕਰਨਾ ਚਾਹੋ ਤੁਹਾਡੀ ਮਰਜ਼ੀ ਆ, ਬਟ ਕਮਰਸ ਗ੍ਰੈਜੂਏਟ ਜਿਹੜੇ ਹੁੰਦੇ ਨੇ ਜੀ BCom BBA BCom LLB ਇਹਦੇ ਵਿੱਚ ਕਮਰਸ ਇਕਨੋਮਿਕਸ ਤੇ ਕਮਰਸ ਲੈਂਗੁਏਜ ਦਾ ਕੰਬੀਨੇਸ਼ਨ ਬਣਦਾ ਹੈ। ਜੇਕਰ ਆਪਾਂ ਗੱਲ ਕਰੀਏ BCA BSc IT ਗ੍ਰੈਜੂਏਟ ਦੀ, ਇਹਨਾਂ ਦੇ ਆਹ ਸਬਜੈਕਟ ਕੰਬੀਨੇਸ਼ਨ ਬਣਦੇ ਨੇ ਕੰਪਿਊਟਰ ਐਜੂਕੇਸ਼ਨ ਕੰਪਿਊਟਰ ਲੈਂਗੁਏਜ ਕੰਪਿਊਟਰ ਐਜੂਕੇਸ਼ਨ ਕੰਪਿਊਟਰ ਮੈਥ। ਠੀਕ ਹੈ ਜੀ, ਹੁਣ ਆਪਾਂ ਗੱਲ ਕਰਦੇ ਹਾਂ ਆਰਟਸ ਜਿਹੜੇ ਗ੍ਰੈਜੂਏਟਸ ਹੁੰਦੇ ਨੇ ਜਾਂ ਫਿਰ BA LLB ਵਾਲੇ ਸਟੂਡੈਂਟ ਹੁੰਦੇ ਨੇ, BA ਵਾਲੇ ਸਟੂਡੈਂਟ ਹੁੰਦੇ ਨੇ, ਇਹਦੇ ਵਿੱਚ ਇਹ SST ਨਾਲ ਲੈਂਗੁਏਜ ਦੇ ਵਿੱਚ ਤਿੰਨੇ ਆ ਗਈਆਂ ਜੀ, ਪੰਜਾਬੀ ਆ ਗਈ, ਹਿੰਦੀ ਆ ਗਈ ਤੇ ਅੰਗਰੇਜ਼ੀ ਆ ਗਈ। ਸੋ SST ਨਾਲ ਤੁਸੀਂ ਇਹਨਾਂ ਦਾ ਸਬਜੈਕਟ ਕੰਬੀਨੇਸ਼ਨ ਬਣਾ ਸਕਦੇ ਹੋ। ਮਿਊਜ਼ਿਕ ਨਾਲ ਲੈਂਗੁਏਜ ਦਾ ਕੰਬੀਨੇਸ਼ਨ ਬਣ ਸਕਦਾ ਜੀ, ਫਿਜ਼ੀਕਲ ਐਜੂਕੇਸ਼ਨ ਜਿਓਗ੍ਰਾਫੀ, ਇਕਨੋਮਿਕਸ ਲੈਂਗੁਏਜ, ਫਾਈਨ ਆਰਟਸ ਲੈਂਗੁਏਜ, ਸੋਸ਼ੀਓਲੋਜੀ ਲੈਂਗੁਏਜ, ਇਕਨੋਮਿਕਸ ਮੈਥ SST, ਫਿਜ਼ੀਕਲ ਐਜੂਕੇਸ਼ਨ ਕੰਪਿਊਟਰ ਐਜੂਕੇਸ਼ਨ ਕੰਪਿਊਟਰ ਲੈਂਗੁਏਜ, ਮੈਥ ਲੈਂਗੁਏਜ, ਫਿਜ਼ੀਕਲ ਐਜੂਕੇਸ਼ਨ ਲੈਂਗੁਏਜ, ਹੋਮ ਸਾਇੰਸ ਲੈਂਗੁਏਜ, ਹਿਸਟਰੀ ਲੈਂਗੁਏਜ, ਫਿਜ਼ੀਕਲ ਐਜੂਕੇਸ਼ਨ ਹਿਸਟਰੀ, ਪਬਲਿਕ ਐਡਮਿਨਿਸਟ੍ਰੇਸ਼ਨ ਲੈਂਗੁਏਜ, ਜਿਓਗ੍ਰਾਫੀ ਲੈਂਗੁਏਜ, ਫਿਜ਼ੀਕਲ ਐਜੂਕੇਸ਼ਨ, ਪੋਲੀਟੀਕਲ ਸਾਇੰਸ, ਐਗਰੀਕਲਚਰ ਲੈਂਗੁਏਜ ਤੇ ਸਾਇੰਸ ਤੇ ਲੈਂਗੁਏਜ। ਤੇ ਦੋਸਤੋ ਇੱਕ ਗੱਲ ਮੈਂ ਹੋਰ ਕਲੀਅਰ ਕਰ ਦਵਾਂ ਕਿ ਜਿਹੜੀਆਂ ਤੁਹਾਨੂੰ ਮੇਜਰ ਜਿਹੜੀਆਂ ਪੋਸਟ ਵੇਖਣ ਨੂੰ ਮਿਲਦੀਆਂ ਨੇ, ਕਿਹੜੀਆਂ ਪੋਸਟ ਵੇਖਣ ਨੂੰ ਮਿਲਦੀਆਂ ਨੇ ਜੀ, ਹਿੰਦੀ ਪੰਜਾਬੀ ਇੰਗਲਿਸ਼ SST ਸਾਇੰਸ ਮੈਥ। ਠੀਕ ਹੈ ਜੀ, ਕਿਹੜੀ ਪੋਸਟ ਵੇਖਣ ਨੂੰ ਮਿਲਦੀ ਹੈ ਜੀ,
हिंदी पंजाबी इंग्लिश SST ਤੇ ਮੈਥ ਜਿਹੜੀਆਂ ਤੇ ਸਾਇੰਸ ਇਹ ਕੁਝ ਮੇਜਰ ਜਿਹੜੇ ਸਬਜੈਕਟ ਨੇ ਜੀ ਇਹਨਾਂ ਦੀਆਂ ਹੀ ਤੁਹਾਨੂੰ ਵੈਕੈਂਸੀਜ਼ ਵੇਖਣ ਨੂੰ ਮਿਲਦੀਆਂ ਨੇ ਠੀਕ ਹੈ ਜੀ। ਸੋ ਇਹਦੇ ਵਿੱਚ ਹੀ ਤੁਸੀਂ ਚੂਜ਼ ਕਰਿਓ ਇਹਨਾਂ ਵਿੱਚੋਂ ਕਿ ਜਿਹਦਾ ਤੁਹਾਨੂੰ ਕੋਈ ਫਿਊਚਰ ਦੇ ਵਿੱਚ ਫਾਇਦਾ ਵੀ ਹੋਵੇ। ਕੋਈ ਇਹੋ ਜਿਹਾ ਸਬਜੈਕਟ ਚੂਜ਼ ਨਾ ਕਰ ਲਿਓ ਕਿ ਜਿਹਦਾ ਤੁਹਾਨੂੰ ਕੋਈ ਫਿਊਚਰ ਵਿੱਚ ਫਾਇਦਾ ਹੀ ਨਾ ਹੋਵੇ ਠੀਕ ਹੈ ਜੀ। ਤੇ ਬਾਕੀ ਦੋਸਤੋ ਇੱਕ ਗੱਲ ਹੋਰ, ਮੰਨ ਲਓ ਕੋਈ ਇਹੋ ਜਿਹਾ ਸਟੂਡੈਂਟ ਸੀ ਜਿਹਨੇ ਕਿ BA ਦੇ ਵਿੱਚ SST ਦਾ ਸਿਰਫ ਇੱਕ ਸਬਜੈਕਟ ਹੀ ਪੜ੍ਹਿਆ ਸੀ। ਜਿਵੇਂ ਮੰਨ ਲਓ ਕਿਸੇ ਸਟੂਡੈਂਟ ਨੇ ਹਿਸਟਰੀ ਪੜ੍ਹੀ ਹੋਈ ਹੈ, ਸਿਰਫ ਹਿਸਟਰੀ ਨਾਲ ਉਹਨੇ ਫਿਜ਼ੀਕਲ ਐਜੂਕੇਸ਼ਨ ਪੜ੍ਹੀ ਹੋਈ ਸੀਗੀ ਤੇ ਉਹਦੇ ਨਾਲ ਉਹਨੇ ਇਲੈਕਟਿਵ ਪੰਜਾਬੀ ਪੜ੍ਹੀ ਸੀ, ਤੇ ਕੀ ਉਹਨੂੰ SST ਮਿਲ ਜੇਗੀ? ਕਿਉਂਕਿ SST ਜੇਕਰ ਤੁਸੀਂ ਟੀਚਿੰਗ ਆਫ SST ਲੈਣਾ ਚਾਹੁੰਦੇ ਹੋ ਤੇ ਕੰਡੀਸ਼ਨ ਇਹ ਹੁੰਦੀ ਹੈ ਕਿ ਕੋਈ ਵੀ 2 ਸਬਜੈਕਟ ਪੜ੍ਹੇ ਹੋਣ, ਜਿਵੇਂ ਕਿ ਹਿਸਟਰੀ, ਜਿਓਗ੍ਰਾਫੀ, ਪੋਲ ਸਾਇੰਸ, ਸੋਸ਼ੀਓਲੋਜੀ, ਇਕਨੋਮਿਕਸ, ਪਬਲਿਕ ਐਡਮਿਨਿਸਟ੍ਰੇਸ਼ਨ, ਫਿਲਾਸਫੀ, ਸਾਈਕੋਲੋਜੀ, ਐਜੂਕੇਸ਼ਨ, ਡਿਫੈਂਸ ਸਟੱਡੀਜ਼, ਰਿਲੀਜੀਅਸ ਸਟੱਡੀਜ਼, ਸੋਸ਼ਲ ਵਰਕ, ਕਮਿਊਨਿਟੀ ਐਜੂਕੇਸ਼ਨ, ਇਹਨਾਂ ਵਿੱਚੋਂ ਕੋਈ ਵੀ 2 ਸਬਜੈਕਟ ਜਿਹੜੇ ਹੈਗੇ ਨੇ ਜੀ ਉਹ ਤੁਸੀਂ ਪੜ੍ਹੇ ਹੋਣੇ ਚਾਹੀਦੇ ਆ। ਬਟ ਇਹਨਾਂ ਦੀ ਯੂਨੀਵਰਸਿਟੀ ਵੱਲੋਂ ਹੁਣ ਇਹਨਾਂ ਨੇ ਇਹ ਹਦਾਇਤ ਦਿੱਤੀ ਹੈ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ, ਇਹਨਾਂ ਦੋਵਾਂ ਯੂਨੀਵਰਸਿਟੀ ਦੇ ਕਿਸੇ ਵੀ ਕਾਲਜ ਦੇ ਵਿੱਚ ਜੇਕਰ ਤੁਸੀਂ ਸਿਰਫ ਇੱਕ ਸਬਜੈਕਟ ਵੀ ਪੜ੍ਹਿਆ ਹੋਇਆ, ਹਿਸਟਰੀ, ਜਿਓਗ੍ਰਾਫੀ, ਪੋਲ ਸਾਇੰਸ, ਸੋਸ਼ੀਓਲੋਜੀ, ਇਕਨੋਮਿਕਸ, ਪਬਲਿਕ ਐਡਮਿਨਿਸਟ੍ਰੇਸ਼ਨ, ਫਿਲਾਸਫੀ, ਸਾਈਕੋਲੋਜੀ, ਐਜੂਕੇਸ਼ਨ, ਡਿਫੈਂਸ ਸਟੱਡੀਜ਼, ਰਿਲੀਜੀਅਸ ਸਟੱਡੀਜ਼, ਸੋਸ਼ਲ ਵਰਕ ਐਂਡ ਕਮਿਊਨਿਟੀ ਐਜੂਕੇਸ਼ਨ, ਫਿਰ ਵੀ ਤੁਹਾਨੂੰ ਟੀਚਿੰਗ ਆਫ SST ਮਿਲ ਜਾਣੀ ਆ। ਬਟ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਫੀਲੀਏਟਡ ਕਾਲਜ ਦੇ ਵਿੱਚ ਨਹੀਂ ਮਿਲੂਗਾ, ਬਟ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੰਬੰਧਿਤ ਜਿੰਨੇ ਵੀ ਕਾਲਜ ਨੇ ਉੱਥੇ ਤੁਹਾਨੂੰ ਟੀਚਿੰਗ ਆਫ SST ਮਿਲ ਜੂਗੀ ਜੇਕਰ ਤੁਸੀਂ ਇਹਨਾਂ ਸਬਜੈਕਟਾਂ ਵਿੱਚ ਕੋਈ ਵੀ ਤੁਸੀਂ ਇੱਕ ਸਬਜੈਕਟ ਪੜਿਆ ਹੋਊਗਾ ਠੀਕ ਹੈ ਜੀ। ਐਂਡ ਇਹਨਾਂ ਨੇ ਇੱਕ ਹੋਰ ਗੱਲ ਮੈਂਸ਼ਨ ਕੀਤੀ ਹੋਈ ਆ ਕਿ ਟੀਚਿੰਗ ਆਫ ਪਬਲਿਕ ਐਡਮਿਨਿਸਟ੍ਰੇਸ਼ਨ, ਟੀਚਿੰਗ ਆਫ ਸੋਸ਼ੀਓਲੋਜੀ ਤੇ ਟੀਚਿੰਗ ਆਫ ਐਗਰੀਕਲਚਰ, ਇਹ ਜਿਹੜੇ ਤਿੰਨੇ ਸਬਜੈਕਟ ਨੇ ਇਹ ਸਿਰਫ ਤੇ ਸਿਰਫ ਪੰਜਾਬ ਯੂਨੀਵਰਸਿਟੀ ਹੀ ਆਫਰ ਕਰਦੀ ਹੈ ਠੀਕ ਹੈ ਜੀ। ਐਂਡ ਪੰਜਾਬੀ ਯੂਨੀਵਰਸਿਟੀ ਪਟਿਆਲਾ ਆਫਰ ਕਰਦੀ ਆ, ਇਹ GNDU ਇਹ ਜਿਹੜੇ ਸਬਜੈਕਟ ਨੇ ਜੀ ਇਹ ਆਫਰ ਨਹੀਂ ਕਰਦੀ। ਹੁਣ ਆਪਾਂ ਗੱਲ ਕਰਦੇ ਹਾਂ BA ਆਨਰਸ, ਕਈਆਂ ਨੇ ਆਨਰਸ ਨਾਲ ਕੀਤੀ ਹੁੰਦੀ ਹੈ ਜਿਵੇਂ ਕਿ ਲੈਂਗੁਏਜ ਹੋ ਗਈ, ਤੇ ਉਹਨਾਂ ਦਾ ਜਿਹੜਾ ਮੇਜਰ ਜਿਹੜਾ ਸਬਜੈਕਟ ਬਣੇਗਾ ਜੀ ਉਹ ਕਿਹੜਾ ਬਣੇਗਾ, ਜਿਵੇਂ ਕਿ ਉਹਨਾਂ ਦਾ ਫਿਰ ਉਹੀ ਜਿਹੜਾ ਲੈਂਗੁਏਜ ਉਹਨਾਂ ਨੇ ਜਿਹੜੀ ਪੜ੍ਹੀ ਹੋਊਗੀ ਉਹੀ ਉਹਨਾਂ ਦਾ ਮੇਜਰ ਸਬਜੈਕਟ ਬਣੇਗਾ। ਜਿਵੇਂ ਤੁਸੀਂ ਮੰਨ ਲਓ ਕਿ BA ਆਨਰਸ ਇੰਗਲਿਸ਼ ਕੀਤੀ ਹੋਈ ਆ, ਸੋ ਤੁਹਾਨੂੰ ਉੱਥੇ ਮੇਜਰ ਸਬਜੈਕਟ ਇੰਗਲਿਸ਼ ਬਣੇਗਾ। ਇਸੇ ਤਰ੍ਹਾਂ ਹੀ ਹਿੰਦੀ, ਪੰਜਾਬੀ, ਸੰਸਕ੍ਰਿਤ। ਸੋ ਮੈਂ ਤੁਹਾਨੂੰ ਇਹ ਸਮਝਾ ਰਿਹਾ ਕਿ ਜੇਕਰ ਮੰਨ ਲਓ ਕੋਈ ਸਟੂਡੈਂਟ ਸੀ ਉਹਨੂੰ ਜਿਹੜਾ ਮਾਈਨਰ ਸਬਜੈਕਟ ਹੈ ਉਹ ਕਾਲਜ ਤਾਂ ਚਲੋ ਆਪਣੇ ਆਪ ਹੀ ਦੇ ਦੇਵੇਗਾ, ਬਟ ਜਿਹੜਾ ਮੇਜਰ ਸਬਜੈਕਟ ਹੈ ਉਹ ਤੁਸੀਂ ਆਪ ਚੂਜ਼ ਕਰਨਾ ਹੁੰਦਾ। ਹੁਣ ਇਸੇ ਤਰ੍ਹਾਂ ਹੀ BE ਤੇ BTech, ਇਹਦਾ ਜਿਹੜਾ ਸਬਜੈਕਟ ਕੰਬੀਨੇਸ਼ਨ ਬਣੇਗਾ ਮੈਥ ਲੈਂਗੁਏਜ, ਸਾਇੰਸ ਲੈਂਗੁਏਜ, ਕੰਪਿਊਟਰ ਐਜੂਕੇਸ਼ਨ, ਕੰਪਿਊਟਰ ਲੈਂਗੁਏਜ, ਸਾਇੰਸ ਕੰਪਿਊਟਰ ਐਜੂਕੇਸ਼ਨ, ਇਸ ਤੋਂ ਬਾਅਦ ਕੰਪਿਊਟਰ ਐਜੂਕੇਸ਼ਨ, ਕੰਪਿਊਟਰ ਮੈਥਸ, ਸਾਇੰਸ ਮੈਥਸ। ਤੇ ਆਪਾਂ ਹੁਣ ਗੱਲ ਕਰਦੇ ਹਾਂ MSc ਕੈਂਡੀਡੇਟਸ ਦੀ। ਕਈ ਵਾਰ MSc ਵਾਲੇ ਜਿਹੜੇ ਸਟੂਡੈਂਟ ਹੁੰਦੇ ਨੇ ਉਹਨਾਂ ਨੂੰ ਇਹ ਨਹੀਂ ਸਮਝ ਆਉਂਦੀ ਕਿ ਅਸੀਂ ਕਿਹੜੇ ਸਬਜੈਕਟ ਚੂਜ਼ ਕਰੀਏ ਠੀਕ ਹੈ ਜੀ। ਮੰਨ ਲਓ ਕਿ ਉਹਨਾਂ ਨੇ ਜੇਕਰ ਫਿਜ਼ੀਕਲ ਸਾਇੰਸ ਰੱਖੀ ਹੋਈ ਆ, ਮਤਲਬ ਉਹਨਾਂ ਨੇ ਫਿਜ਼ੀਕਲ ਸਾਇੰਸ ਜੇ ਰੱਖਣੀ ਆ ਤੇ ਉਹਨਾਂ ਨੇ ਕਿਹਦੀ MSc ਕੀਤੀ ਹੋਵੇ ਤੇ ਉਹ ਫਿਜ਼ੀਕਲ ਸਾਇੰਸ ਰੱਖ ਸਕਦੇ। ਜਿਵੇਂ ਕਿ ਉਹਨਾਂ ਨੇ ਜੇਕਰ MSc ਕੀਤੀ ਹੋਈ ਆ ਕੈਮਿਸਟਰੀ ਦੀ, ਜੀਓ ਫਿਜ਼ਿਕਸ ਦੀ, ਆਨਰਸ ਇਨ ਫਿਜ਼ਿਕਸ ਸਾਇੰਸ, ਫਿਜ਼ੀਕਲ ਸਾਇੰਸ ਸੌਰੀ, ਇੰਡਸਟਰੀਅਲ ਕੈਮਿਸਟਰੀ, ਮੈਡੀਕਲ ਫਿਜ਼ਿਕਸ, ਨਿਊਕਲੀਅਰ ਫਿਜ਼ਿਕਸ, ਜਿਨ੍ਹਾਂ ਨੇ ਇਹ ਸਬਜੈਕਟ ਪੜ੍ਹੇ ਹੋਏ MSc ਦੇ ਵਿੱਚ, ਫਿਰ ਤਾਂ ਉਹਨਾਂ ਨੇ ਰੱਖਣਾ ਹੈ ਫਿਜ਼ੀਕਲ ਸਾਇੰਸ। ਜੇਕਰ ਟੀਚਿੰਗ ਆਫ ਲਾਈਫ ਸਾਇੰਸ ਉਹ ਫੇਰ ਰੱਖ ਸਕਦੇ ਨੇ ਜੇਕਰ ਉਹਨਾਂ ਨੇ ਐਗਰੀਕਲਚਰ, ਬਾਇਓਫਿਜ਼ਿਕਸ, ਬਾਇਓਲੋਜੀ, ਬੋਟਨੀ, ਇਕੋਲੋਜੀ, ਐਂਟੋਮੋਲੋਜੀ, एनवायरमेंटल स्टडीज, जेनेटिक्स, ऑनर्स इन लाइफ साइंस, ह्यूमन बायोलॉजी, ह्यूमन जेनोमिक्स, मेडिकल फिजिक्स, बायोटेक्नोलॉजी, माइक्रोबायोलॉजी, न्यूक्लियर मेडिसिन, सिस्टम बायो एंड बायोइनफॉर्मेटिक्स, जूलॉजी ठीक है जी। सो ये कर सकते हैं लाइफ साइंस। टीचिंग ऑफ साइंस वो स्टूडेंट कर सकते हैं जिन्होंने एग्रीकल्चर, एंथ्रोपोलॉजी, बायोकेमिस्ट्री, बायोलॉजी, बायोटेक्नोलॉजी, बॉटनी, केमिस्ट्री, इकोलॉजी, एंटोमोलॉजी, एनवायरमेंटल साइंस, जेनेटिक्स, जियोलॉजी, माइक्रोबायोलॉजी, नैनोटेक्नोलॉजी, न्यूक्लियर फिजिक्स ते जूलॉजी जेकर इन्होंने की हुई तो टीचिंग ऑफ साइंस रख सकते हैं। बाकी क्राइटेरिया फॉर एडमिशन में तुहानूं दस दिता कि कॉमन एंट्रेंस टैसट इन्हां वल्लों लिया जाएगा। ਜੇਕਰ ਤੁਸੀਂ ਵਧੀਆ ਸਕੋਰ ਕਰਦੇ ਹੋ ਤੇ ਮੈਰਿਟ ਦੇ ਆਧਾਰ ਤੇ ਤੁਹਾਨੂੰ ਜਿਹੜੇ ਕਾਲਜ ਨੇ ਜੀ ਉਹ ਅਲਾਟ ਕੀਤੇ ਜਾਣਗੇ। ਰਿਜ਼ਰਵੇਸ਼ਨ ਦੀ ਜੇਕਰ ਆਪਾਂ ਗੱਲ ਕਰੀਏ, ਜਨਰਲ ਕੈਟਾਗਰੀ ਦੀ ਜਿਹੜੀਆਂ ਸੀਟਸ ਨੇ ਉਹ ਹੋਣਗੀਆਂ ਜੀ 52%, SC ਦੀਆਂ ਹੋਣਗੀਆਂ 20%, ਬੈਕਵਰਡ ਕਲਾਸਿਸ ਦੀਆਂ ਹੋਣਗੀਆਂ 8%। ਬਾਕੀ ਇਹ ਤੁਸੀਂ ਵੇਖ ਸਕਦੇ ਹੋ ਧਿਆਨ ਨਾਲ, ਮੈਂ ਇਹਦੀ PDF ਵੀ ਟੈਲੀਗ੍ਰਾਮ ਚੈਨਲ ਤੇ ਸ਼ੇਅਰ ਕਰ ਦੂੰਗਾ। ਐਂਡ ਦੋਸਤੋ ਇੱਕ ਗੱਲ ਹੋਰ, ਜਿਹੜੇ ਕੈਂਡੀਡੇਟਸ ਨੇ ਕਿਸੇ ਕੈਟਾਗਰੀ ਤੋਂ ਸੰਬੰਧਿਤ ਠੀਕ ਹੈ ਜੀ, ਜੇਕਰ ਮੰਨ ਲਓ ਕੋਈ SC BC ਕੈਂਡੀਡੇਟ ਹੈਗਾ ਤੇ ਉਹਨਾਂ ਨੂੰ ਕੀ ਕਰਨਾ ਪਊਗਾ ਜੀ, ਉਹਨਾਂ ਨੂੰ ਇਸ ਆ ਤੁਹਾਨੂੰ ਵਿਖ ਰਹੀ ਹੈ ਨਾ ਇੱਕ ਈਮੇਲ ਆਈਡੀ ਤੇ ਤੁਹਾਨੂੰ ਆਪ ਦਾ ਜਿਹੜਾ ਸਰਟੀਫਿਕੇਟ ਹੈਗਾ ਉਹ ਤੁਹਾਨੂੰ ਅਟੈਚ ਕਰਕੇ ਭੇਜਣਾ ਪਊਗਾ। ਉਹ ਮੈਂ ਲਾਸਟ ਤੇ ਮੈਂ ਤੁਹਾਨੂੰ ਇੱਕ ਪਰਫਾਰਮਾ ਹੋਊਗਾ ਜੀ, ਮੈਂ ਉਹ ਵੀ ਸ਼ੇਅਰ ਕਰ ਦੂੰਗਾ, ਉਹ ਤੁਹਾਨੂੰ ਵਿਖਾ ਦੂੰਗਾ ਕਿ ਤੁਸੀਂ ਆਪ ਦਾ ਸਰਟੀਫਿਕੇਟ ਨੰਬਰ ਸਾਰੀ ਜਿਹੜੀ ਇਨਫੋਰਮੇਸ਼ਨ ਹੈਗੀ ਆ ਜੀ ਤੁਸੀਂ ਉਹ GNDU ਨੂੰ ਈਮੇਲ ਕਿਵੇਂ ਕਰਨੀ ਆ। ਸੋ ਦੋਸਤੋ ਇਹ ਉਹੀ ਪਰਫਾਰਮਾ ਹੈਗਾ ਜੀ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਸੀਗਾ। ਜਿਵੇਂ ਕਿ ਇਹ ਸੈਲਫ ਡਿਕਲੇਰੇਸ਼ਨ ਅੰਡਰਟੇਕਿੰਗ ਹੈ, ਇਹ ਸਪੋਰਟਸ ਤੇ ਐਕਸ ਸਰਵਿਸਮੈਨ ਵਾਲੇ ਪਰਸਨ ਲਈ ਹੈ। ਇੱਥੇ ਤੁਸੀਂ ਫੋਟੋ ਲਾਉਣੀ ਆ,
ਇੱਥੇ ਤੁਸੀਂ ਆਪ ਦਾ ਨਾਮ ਲਿਖ ਕੇ, ਡਾਟਰ ਆਫ ਲਿਖ ਕੇ ਜਾਂ ਫਿਰ ਸਨ ਆਫ ਲਿਖ ਕੇ, ਰੈਜ਼ੀਡੈਂਸ ਕਿੱਥੇ ਦੇ ਹੈਗੇ ਹੋ, ਇਹ ਸਾਰਾ ਕੁਝ ਕਰਾਉਣ ਤੋਂ ਬਾਅਦ ਤੁਸੀਂ ਉਹਨਾਂ ਨੂੰ ਭੇਜਣਾ ਹੈਗਾ। ਠੀਕ ਹੈ ਜੀ, ਉਹਨਾਂ ਦੀ ਈਮੇਲ ਆਈਡੀ ਮੈਂ ਤੁਹਾਨੂੰ ਹੁਣੇ ਦੱਸੀ ਸੀਗੀ। ਠੀਕ ਹੈ ਜੀ, ਉਹ ਤੁਸੀਂ ਪੀਡੀਐਫ ਦੇ ਵਿੱਚ ਤੁਸੀਂ ਆਪ ਹੀ ਦੁਬਾਰਾ ਚੈੱਕ ਕਰ ਲਿਓ। ਇਸੇ ਤਰ੍ਹਾਂ ਹੀ ਸ਼ਡਿਊਲ ਕਾਸਟ ਸਰਟੀਫਿਕੇਟ ਦਾ ਜਿਹੜਾ ਹੈਗਾ ਜੀ, ਇਹ ਤੁਹਾਨੂੰ ਸਾਰਾ ਕੁਝ ਡਿਸਪੈਚ ਨੰਬਰ ਕਦੋਂ ਡਿਸਪੈਚ ਕੀਤਾ ਗਿਆ ਸੀਗਾ, ਇਹ ਸਾਰੀਆਂ ਹੀ ਇਨਫੋਰਮੇਸ਼ਨ ਫਿਲ ਕਰਨ ਤੋਂ ਬਾਅਦ ਆਪਦੇ ਸਿਗਨੇਚਰ, ਫਿਰ ਡੈਜ਼ਿਗਨੇਸ਼ਨ। ਠੀਕ ਹੈ ਜੀ, ਸੋ ਇਹ ਸਾਰਾ ਕੁਝ ਤੁਸੀਂ ਕੀ ਕਰਨਾ ਹੈ ਜੀ, ਇਹ ਸਾਰਾ ਤੁਸੀਂ ਉਹਨਾਂ ਨੂੰ ਭੇਜਣਾ ਹੈ। ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ, ਇਸੇ ਤਰ੍ਹਾਂ ਹੀ ਇਹਨਾਂ ਨੇ ਬੈਕਵਰਡ ਕਲਾਸ ਦਾ ਵੀ ਬਣਾਇਆ ਹੋਇਆ। ਠੀਕ ਹੈ ਜੀ, ਇਹ ਸਾਰਾ ਹੀ ਜਿਹੜਾ ਹੈ ਇਹ ਤੁਸੀਂ ਉਹਨਾਂ ਨੂੰ ਈਮੇਲ ਕਰਨਾ ਹੈ। ਇਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ, ਮੈਂ ਤੁਹਾਨੂੰ ਦੱਸਿਆ ਸੀ ਨਾ ਰੂਰਲ ਏਰੀਆ ਕਲੇਮ ਸਰਟੀਫਿਕੇਟ, ਇਹ ਵੀ ਤੁਹਾਨੂੰ ਉੱਥੇ ਬਣਵਾਉਣਾ ਪਊਗਾ ਜੀ। ਜੇਕਰ ਮੰਨ ਲਓ ਇਹ ਸਾਰੀਆਂ ਇਨਫੋਰਮੇਸ਼ਨ ਫਿਲ ਕਰਨ ਤੋਂ ਬਾਅਦ ਜੇਕਰ ਤੁਸੀਂ 10ਵੀਂ 12ਵੀਂ ਕਿਸੇ ਪਿੰਡ ਦੇ ਇਲਾਕੇ ਤੋਂ ਕੀਤੀ ਹੈ ਤੇ ਜੇਕਰ ਉਹ ਕੋਈ ਪੰਜਾਬ ਬੋਰਡ ਤੋਂ ਸੰਬੰਧਿਤ ਸਕੂਲ ਸੀ, ਫਿਰ ਤਾਂ ਤੁਸੀਂ ਸਾਈਨ ਕਰਾਉਣੇ ਨੇ ਜੀ ਡੀਈਓ ਦੇ। ਠੀਕ ਹੈ ਜੀ, ਡੀਓ ਤੇ ਸਾਈਨ ਕਰਾਉਣੇ ਨੇ, ਮਤਲਬ ਕ੍ਰੋਸ ਚੈੱਕ ਕਰਾਉਣਾ ਇੱਕ ਵਾਰ ਪ੍ਰਿੰਸੀਪਲ ਵਗੈਰਾ ਦੀ ਸਾਰੀ ਮੋਹਰ ਵਗੈਰਾ ਲਗਵਾ ਕੇ। ਜੇਕਰ ਤੁਸੀਂ ਮੰਨ ਲਓ ਕਿ ਕਿਸੇ ਸੀਬੀਐਸਈ ਜਾਂ ਫਿਰ ਆਈਸੀਐਸਈ ਬੋਰਡ ਦਾ ਸਕੂਲ ਸੀਗਾ ਉਹ, ਫਿਰ ਤੁਸੀਂ ਸਰਪੰਚ ਤੋਂ ਕ੍ਰੋਸ ਚੈੱਕ ਕਰਵਾ ਕੇ ਉੱਥੇ ਮੋਹਰ ਲਵਾਉਣੀ ਆ। ਠੀਕ ਹੈ ਜੀ, ਮਤਲਬ ਕਿ ਅਟੈਸਟ ਕਰਵਾ ਕੇ ਲੈ ਕੇ ਆਉਣਾ ਤੁਸੀਂ ਇਸ ਫਾਰਮ ਨੂੰ, ਇਸ ਦੂਜੇ ਨੂੰ ਫਾਰਮ ਜਿਹੜਾ ਤੁਹਾਡੇ ਸਾਹਮਣੇ ਸ਼ੋ ਹੋ ਰਿਹਾ। ਸੋ ਦੋਸਤੋ, ਮੈਂ ਕੋਸ਼ਿਸ਼ ਤਾਂ ਇਹੀ ਕੀਤੀ ਹੈ ਕਿ ਤੁਹਾਨੂੰ ਸਾਰੀ ਜਿਹੜੀ ਜਾਣਕਾਰੀ ਹੈ ਜੀ ਇੱਕ ਵੀਡੀਓ ਦੇ ਵਿੱਚ ਪ੍ਰੋਵਾਈਡ ਕਰਵਾਵਾਂ। ਬਾਕੀ ਚਲੋ ਫਿਰ ਵੀ ਇੱਕ ਅੱਧੀ ਇਨਫੋਰਮੇਸ਼ਨ ਜਿਹੜੀ ਹੈਗੀ ਜੋ ਮਿਸਿੰਗ ਰਹਿ ਜਾਂਦੀ ਹੁੰਦੀ ਆ। ਮੈਂ ਕੋਸ਼ਿਸ਼ ਕਰੂੰਗਾ ਕਿ ਜੇਕਰ ਤੁਸੀਂ ਇਸ ਵੀਡੀਓ ਦੇ ਅੰਡਰ ਕਮੈਂਟ ਕਰਦੇ ਹੋ ਕਿ ਸਰ ਸਾਨੂੰ ਇਹ ਗੱਲ ਨਹੀਂ ਸਮਝ ਲੱਗੀ ਬੀਐਡ ਐਡਮਿਸ਼ਨ ਤੋਂ ਸੰਬੰਧਿਤ, ਮੈਂ ਕੋਸ਼ਿਸ਼ ਕਰੂੰਗਾ ਕਿ ਨੈਕਸਟ ਟਾਈਮ ਇੱਕ ਹੋਰ ਵੀਡੀਓ ਪ੍ਰੋਵਾਈਡ ਕਰਾਵਾਂ ਤੇ ਤੁਹਾਨੂੰ ਉਹ ਜਿਹੜੀ ਜਾਣਕਾਰੀ ਹੈ ਜੀ ਉਹ ਮੈਂ ਤੁਹਾਨੂੰ ਚੰਗੀ ਤਰ੍ਹਾਂ ਦਵਾਂ। ਐਂਡ ਦੋ ਗੱਲਾਂ ਦੋਸਤੋ ਰਹਿ ਗਈਆਂ ਸੀ ਦੱਸਣ ਵਾਲੀਆਂ। ਇੱਕ ਤਾਂ ਸੀ ਜੀ ਵੈਰੀਫਿਕੇਸ਼ਨ ਆਫ ਡਾਕੂਮੈਂਟਸ ਦੀ, ਕਿ ਕਿਹੜੇ-ਕਿਹੜੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਹੋਊਗੀ ਜਦੋਂ ਤੁਸੀਂ ਐਡਮਿਸ਼ਨ ਲੈਣ ਜਾਂਦੇ ਹੋ। ਇਹ ਦੂਸਰੀ ਗੱਲ ਇਹ ਕਿ ਸਿਲੇਬਸ ਕੀ ਹੈ, ਜਿਹੜਾ ਤੁਹਾਡਾ ਐਂਟਰੈਂਸ ਟੈਸਟ ਹੋਣਾ ਹੈ ਉਹਦਾ ਕੀ ਸਿਲੇਬਸ ਹੈ। ਜੇਕਰ ਆਪਾਂ ਵੈਰੀਫਿਕੇਸ਼ਨ ਆਫ ਡਾਕੂਮੈਂਟਸ ਦੀ ਗੱਲ ਕਰੀਏ ਤੇ ਇੱਥੇ ਤੁਹਾਨੂੰ ਰੈਂਕ ਆਫ ਕੈਂਡੀਡੇਟ ਐਜ਼ ਪਰ ਕਾਮਨ ਐਂਟਰੈਂਸ ਟੈਸਟ, ਜਦੋਂ ਮੰਨ ਲਓ ਕਿ ਤੁਸੀਂ ਇਹ ਟੈਸਟ ਦੇਤਾ, ਆਨਸਰ ਕੀ ਆ ਗਈ, ਉਹਨਾਂ ਨੇ ਮੈਰਿਟ ਲਿਸਟ ਵੀ ਜਾਰੀ ਕਰਨੀ ਆ, ਤੁਹਾਡਾ ਰਿਜ਼ਲਟ ਵੀ ਜਾਰੀ ਕਰਨਾ, ਸੋ ਉੱਥੇ ਨਾ ਤੁਸੀਂ ਜਿਹੜਾ ਤੁਹਾਡਾ ਰੈਂਕ ਕੀ ਹੈ ਉਹਦੀ ਜਿਹੜੀ ਲਿਸਟ ਹੈਗੀ ਹੈ ਜੀ, ਤੁਸੀਂ ਉਹ ਅੰਡਰਲਾਈਨ ਕਰਕੇ ਤੁਸੀਂ ਉਹ ਕੀ ਕਰਨਾ ਹੈ ਜੀ, ਉਹ ਤੁਸੀਂ ਉੱਥੇ ਲੈ ਕੇ ਜਾਣੀ ਹੈ ਜਿਹੜੇ ਵੀ ਕਾਲਜ ਦੇ ਵਿੱਚ ਤੁਹਾਡਾ ਨਾਮ ਆਇਆ ਹੋਇਆ। ਉਸ ਤੋਂ ਬਾਅਦ ਤੁਸੀਂ ਆਪ ਦਾ ਜਿਹੜਾ ਐਡਮਿਟ ਕਾਰਡ ਹੈਗਾ, ਠੀਕ ਹੈ ਜੀ, ਮਤਲਬ ਕਿ ਤੁਸੀਂ ਜਦੋਂ ਇਹ ਪੇਪਰ ਦੇਣ ਜਾਓਗੇ, ਜਿਹੜਾ ਇਹ ਹੈ ਤੁਹਾਡਾ ਟੈਸਟ ਕਾਮਨ ਐਂਟਰੈਂਸ ਟੈਸਟ ਬੀਐਡ ਦਾ, ਤੁਸੀਂ ਫਿਰ ਉਹਦਾ ਜਿਹੜਾ ਐਡਮਿਟ ਕਾਰਡ ਹੈ ਉਹ ਵੀ ਸਾਂਭ ਕੇ ਰੱਖਿਓ, ਉਹਦੀ ਵੀ ਲੋਡ ਪੈਣੀ ਆ। ਇੱਕ ਤੁਸੀਂ ਆਨਲਾਈਨ ਐਪਲੀਕੇਸ਼ਨ ਜਦੋਂ ਤੁਸੀਂ ਮਤਲਬ ਅਪਲਾਈ ਕਰੋਗੇ, ਤੁਸੀਂ ਇਹਦੀ ਆਨਲਾਈਨ ਐਪਲੀਕੇਸ਼ਨ ਦਾ ਜਿਹੜਾ ਪ੍ਰਿੰਟ ਆਊਟ ਹੈਗਾ ਜੀ ਤੁਸੀਂ ਉਹ ਵੀ ਨਾਲ ਲੈ ਕੇ ਜਾਣਾ। 10ਵੀਂ ਦੇ ਮਾਰਕ ਸਰਟੀਫਿਕੇਟ ਵੀ ਲੱਗਣਗੇ ਜੀ, ਤੇ ਬਾਕੀ ਡਿਗਰੀ ਵਾਲੇ ਜਿਹੜੇ ਵੀ ਸਰਟੀਫਿਕੇਟਸ ਨੇ ਉਹ ਸਾਰੇ ਹੀ ਚਾਹੀਦੇ ਨੇ। ਕਰੈਕਟਰ ਸਰਟੀਫਿਕੇਟ, ਮੰਨ ਲਓ ਕਿ ਤੁਸੀਂ ਜਿਹੜੇ ਵੀ ਇੰਸਟੀਚਿਊਟ ਤੋਂ ਕੀਤਾ ਹੈ, ਗ੍ਰੈਜੂਏਸ਼ਨ ਜਿਹੜੇ ਇੰਸਟੀਚਿਊਟ ਤੋਂ ਕੀਤੀ ਹੈ, ਉਹ ਤੁਹਾਨੂੰ ਕਰੈਕਟਰ ਸਰਟੀਫਿਕੇਟ ਵੀ ਬਣਾ ਕੇ ਦੇਣਗੇ। ਠੀਕ ਹੈ ਜੀ, ਉਸ ਤੋਂ ਬਾਅਦ ਇੱਕ ਰੈਜ਼ੀਡੈਂਸ ਸਰਟੀਫਿਕੇਟ ਜਾਂ ਫਿਰ ਡੋਮਿਸਾਈਲ ਸਰਟੀਫਿਕੇਟ, ਕਿਉਂਕਿ ਮੈਂ ਤੁਹਾਨੂੰ ਦੱਸਿਆ ਹੀ ਆ 85% ਜਿਹੜਾ ਕੋਟਾ ਹੈਗਾ ਜੀ ਉਹ ਕਿਹਦਾ ਹੈ, ਉਹ ਪੰਜਾਬ ਦੇ ਲੋਕਾਂ ਦਾ ਹੈ। ਠੀਕ, ਸੋ ਤੁਸੀਂ ਜੇਕਰ ਜਾਣਦੇ ਹੋ ਤੁਹਾਡੇ ਕੋਲ ਡੋਮਿਸਾਈਲ ਸਰਟੀਫਿਕੇਟ ਤਾਂ ਹੋਣਾ ਹੀ ਚਾਹੀਦਾ। ਜੇਕਰ ਰਿਜ਼ਰਵੇਸ਼ਨ ਕੈਟਾਗਰੀ ਦਾ ਜੇਕਰ ਤੁਸੀਂ ਬੈਨੀਫਿਟ ਲੈ ਰਹੇ ਹੋ, ਤੁਹਾਨੂੰ ਫਿਰ ਵੀ ਰਿਜ਼ਰਵੇਸ਼ਨ ਕੈਟਾਗਰੀ ਦਾ ਜਿਹੜਾ ਸਰਟੀਫਿਕੇਟ ਉਹ ਤੁਹਾਨੂੰ ਲਿਆ ਕੇ ਦੇਣਾ ਪਊਗਾ। ਰੂਰਲ ਏਰੀਆ ਕਲੇਮ ਸਰਟੀਫਿਕੇਟ ਉਹ ਸਟੂਡੈਂਟ ਲਿਆ ਕੇ ਦੇਣਗੇ ਜਿਨ੍ਹਾਂ ਦੀ ਜਿਹੜੀ 10ਵੀਂ ਤੇ 12ਵੀਂ ਹੈਗੀ ਆ ਉਹ ਰੂਰਲ ਏਰੀਆ ਤੋਂ ਕੀਤੀ ਹੋਈ ਆ, ਕਿਉਂਕਿ ਉਹਨਾਂ ਨੂੰ 1% ਐਕਸਟਰਾ ਮਾਰਕਸ ਦਿੱਤੇ ਜਾਣਗੇ। ਠੀਕ ਹੈ ਜੀ, ਐਫੀਡੇਵਿਟ ਜੇਕਰ ਮੰਨ ਲਓ ਕੋਈ ਤੁਸੀਂ ਗੈਪ ਲਿਆ ਹੋਇਆ, ਤੁਸੀਂ 2000 ਮੰਨ ਲਓ ਕਿ 18 ਚ 20 ਦੇ ਵਿੱਚ ਜਾਂ ਫਿਰ 21 ਦੇ ਵਿੱਚ ਤੁਸੀਂ ਆਪ ਦੀ ਗ੍ਰੈਜੂਏਸ਼ਨ ਕੀਤੀ ਹੋਈ ਆ ਤੇ ਸਾਲ ਤੁਸੀਂ ਜਾਂ ਫਿਰ 2 ਸਾਲ ਨਹੀਂ ਪੜ੍ਹੇ, ਸੋ ਉਹਦੇ ਲਈ ਤੁਹਾਨੂੰ ਇਹ ਗੈਪ ਦਾ ਜਿਹੜਾ ਸਰਟੀਫਿਕੇਟ ਹੁੰਦਾ ਜੀ ਨੋਟਰੀ ਤੋਂ ਉਹ ਬਣਵਾ ਕੇ ਤੁਸੀਂ ਉਹ ਉੱਥੇ ਜਮ੍ਹਾਂ ਕਰਵਾਇਓ, ਮਤਲਬ ਫਿਰ ਤੁਹਾਨੂੰ ਕੋਈ ਵੀ ਪ੍ਰੋਬਲਮ ਐਡਮਿਸ਼ਨ ਟਾਈਮ ਨਹੀਂ ਆਊਗੀ। ਜੇਕਰ ਆਪਾਂ ਗੱਲ ਕਰੀਏ ਸਿਲੇਬਸ ਦੀ, ਇਹਦਾ ਜਿਹੜਾ ਸਿਲੇਬਸ ਹੈ ਜੀ ਇਹਨੂੰ ਆਪਾਂ 5 ਭਾਗਾਂ ਵਿੱਚ ਵੇਖ ਸਕਦੇ ਹਾਂ। ਕਿੰਨੇ ਭਾਗਾਂ 'ਚ ਵੇਖ ਸਕਦੇ ਹਾਂ ਜੀ? 5 ਭਾਗਾਂ ਵਿੱਚ ਵੇਖ ਸਕਦੇ ਹਾਂ। ਇਹ ਜਿਹੜਾ ਪੇਪਰ ਹੈ ਵੈਸੇ ਤਾਂ ਚਲੋ ਸੰਡੇ ਨੂੰ ਪੇਪਰ ਤੁਹਾਡਾ ਹੈਗਾ ਜੀ 10:30 ਤੋਂ ਲੈ ਕੇ 1 ਵਜੇ ਤੱਕ। ਠੀਕ ਹੈ ਜੀ, ਸੋ ਤੁਹਾਨੂੰ 150 ਕੁਐਸਚਨ ਦਿੱਤੇ ਜਾਣਗੇ। ਠੀਕ ਹੈ ਜੀ, ਕਿੰਨੇ ਕੁਐਸਚਨ ਦਿੱਤੇ ਜਾਣਗੇ? 150 ਜਿਹੜੇ ਕੁਐਸਚਨ ਨੇ ਜੀ ਉਹ ਦਿੱਤੇ ਜਾਣਗੇ। ਕਿੰਨੇ ਕੁਐਸਚਨ ਹੈ ਜੀ? ਵੇਖੋ, ਜਿਵੇਂ ਕਿ ਜਨਰਲ ਅਵੇਅਰਨੈਸ ਟੈਸਟ ਦੇ ਵਿੱਚ ਇਹ 30 ਨੰਬਰ ਦੇ ਕੁਐਸਚਨ ਨੇ ਜੀ, ਤੇ 30 ਕੁਐਸਚਨ ਨੇ 30 ਨੰਬਰ ਦੇ ਨੇ। ਟੀਚਿੰਗ ਪੋਟੈਂਸ਼ੀਅਲ ਦੇ ਵਿੱਚ 30 ਮਾਰਕਸ, ਇਹ ਵੀ 30 ਕੁਐਸਚਨ ਹੋਣਗੇ, ਮਤਲਬ ਕਿ ਇੱਕ ਕੁਐਸਚਨ 1 ਮਾਰਕ ਦਾ ਹੋਊਗਾ। ਜਨਰਲ ਮੈਂਟਲ ਐਬਿਲਿਟੀ ਟੈਸਟ ਵਿੱਚ ਇਹ ਵੀ 30 ਮਾਰਕਸ ਦੇ 30 ਕੁਐਸਚਨ। ਇਹਦੇ ਇਸੇ ਤਰ੍ਹਾਂ ਹੀ ਇੰਗਲਿਸ਼ ਜਿਹੜੀ ਹੈ ਉਹ ਕੰਪਲਸਰੀ ਹੈ ਸਾਰੇ ਸਟੂਡੈਂਟ ਲਈ, ਇਹ ਵੀ ਤੁਹਾਡੇ 3 ਨੰਬਰ ਦੇ ਹੋਣਗੇ, 30 ਕੁਐਸਚਨ ਹੋਣਗੇ। ਬਾਕੀ ਜਿਹੜੇ ਕੈਂਡੀਡੇਟ ਨੇ 10ਵੀਂ ਦੇ ਵਿੱਚ ਪੰਜਾਬੀ ਪੜ੍ਹੀ ਹੋਈ ਆ ਉਹਨਾਂ ਨੂੰ ਤਾਂ ਇਹ ਪੰਜਾਬੀ ਦਾ ਜਿਹੜਾ ਆਪਸ਼ਨ ਹੈ ਇਹ ਤਾਂ ਚੂਜ਼ ਕਰਨਾ ਹੀ ਪਊਗਾ। ਮੰਨ ਲਓ ਕਿ ਕਿਸੇ ਇਹੋ ਜਿਹਾ ਕੈਂਡੀਡੇਟ ਸੀ ਜਿਨ੍ਹਾਂ ਨੇ KVS ਤੋਂ ਸਟੱਡੀ ਕੀਤੀ ਜਾਂ ਫਿਰ CBSE ਤੋਂ ਸਟੱਡੀ ਕੀਤੀ, ਉੱਥੇ ਪੰਜਾਬੀ ਨਹੀਂ ਸੀ, ਸੋ ਉਹਨੂੰ ਕੀ ਕਰਨਾ ਪਊਗਾ? ਉਹਨੂੰ ਜਿਹੜਾ ਹਿੰਦੀ ਦਾ ਜਿਹੜਾ ਟੈਸਟ ਹੈ ਜੀ ਇੱਥੇ, ਕਿਉਂਕਿ ਪੰਜਾਬੀ ਵੀ ਆਪਸ਼ਨ ਹੋਊਗੀ ਤੇ 30 ਨੰਬਰ ਹਿੰਦੀ ਦੇ ਵੀ ਆਪਸ਼ਨ ਹੋਣਗੇ। ਠੀਕ ਹੈ ਜੀ, ਹਿੰਦੀ ਕੁਐਸਚਨਾਂ ਦੀ ਆਪਸ਼ਨ ਹੋਊਗੀ, ਸੋ ਉਹਨਾਂ ਨੂੰ ਹਿੰਦੀ ਦੇ ਜਿਹੜੇ ਕੁਐਸਚਨ ਹੈ ਜੀ ਉਹ ਅਟੈਂਪਟ ਕਰਨੇ ਹੋਣਗੇ। ਠੀਕ ਹੈ ਜੀ, ਹੁਣ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜਨਰਲ ਅਵੇਅਰਨੈਸ ਜਿਹੜਾ ਟੈਸਟ ਹੈ ਜੀ, ਇਹ 30 ਕੁਐਸਚਨ 30 ਮਾਰਕਸ ਦਾ ਸੀਗਾ। ਇਹਦੇ ਵਿੱਚ ਐਜੂਕੇਸ਼ਨ, ਸਾਇੰਸ, ਸੋਸ਼ਲ ਸਾਇੰਸ, ਲੈਂਗੁਏਜ, ਲਿਟਰੇਚਰ, ਆਰਟ ਐਂਡ ਕਲਚਰ, ਸਪੋਰਟਸ ਐਂਡ ਗੇਮਸ, ਕਰੰਟ ਇਵੈਂਟਸ, ਪੋਲੀਟੀਕਲ, ਸੋਸ਼ਲ, ਇਕਨੋਮਿਕਸ, ਗਵਰਨਮੈਂਟ ਪਾਲਿਸੀ ਆਫ ਐਜੂਕੇਸ਼ਨ, ਹੂਜ਼ ਹੂ,
ठीक है ना। मतलब कि ਇਹ ਤੁਹਾਨੂੰ ਜਨਰਲ ਅਵੇਅਰਨੈਸ ਜਾਂ ਫਿਰ ਜੀਕੇ ਦੇ ਕੁਐਸਚਨ ਇਹਨਾਂ ਵਿੱਚੋਂ ਪੁੱਛੇ ਜਾਣਗੇ। ਜੇਕਰ ਆਪਾਂ ਟੀਚਿੰਗ ਪੋਟੈਂਸ਼ੀਅਲ ਦੀ ਗੱਲ ਕਰੀਏ ਕਿ ਤੁਹਾਡੀ ਮਤਲਬ ਆਡੀਓ ਵਿਜ਼ੂਅਲ ਏਡਸ ਕਿਵੇਂ ਤੁਸੀਂ ਵਰਤਨੇ ਹੈਗੇ ਆ, ਕਲਾਸਰੂਮ ਪ੍ਰੋਬਲਮਸ ਕਿਵੇਂ ਹੁੰਦੀਆਂ ਨੇ ਜੀ, ਬੱਚਿਆਂ ਨੂੰ ਤੁਸੀਂ ਕਿਵੇਂ ਸਾਂਭਣਾ ਹੈ ਜਿਹੜੇ ਕਿ ਸਕੂਲ ਦੇ ਬੱਚੇ ਹੁੰਦੇ ਨੇ, ਲਾਇਬ੍ਰੇਰੀ ਦੀ ਤੁਸੀਂ ਵਰਤੋਂ ਕਿਵੇਂ ਕਰਨੀ ਆ, ਸਕੂਲ ਐਂਡ ਸੁਸਾਇਟੀ ਦੀ ਜੇਕਰ ਆਪਾਂ ਗੱਲ ਕਰੀਏ, ਇਹ ਤੁਸੀਂ ਸਾਰੀਆਂ ਚੀਜ਼ਾਂ ਪੜ੍ਹ ਸਕਦੇ ਹੋ। ਇਸੇ ਤਰ੍ਹਾਂ ਹੀ ਮੈਂਟਲ ਐਬਿਲਿਟੀ ਜਿਹੜਾ ਟੈਸਟ ਹੈ ਜੀ, ਇਹ ਵੀ 30 ਮਾਰਕਸ ਦਾ ਹੈ, ਜਿਹਦੇ ਵਿੱਚ ਨੰਬਰ ਸੀਰੀਜ਼, ਕਲਾਸੀਫਿਕੇਸ਼ਨ, ਐਨਾਲੋਗੀਜ਼, ਸਿਨੋਨੀਮਸ ਔਰ ਆਪੋਜ਼ਿਟਸ, ਕੋਡਿੰਗ, ਡਿਕੋਡਿੰਗ, ਸੀਇੰਗ ਰਿਲੇਸ਼ਨ, डिडक्टिव एंड इंडक्टिव रीजनिंग, इंटरप्रिटेशन ऑफ ग्राफ्स एंड फिगर्स, इवैल्यूएशन एंड इन्फ्लुएंसेस, ब्लड रिलेशन, ਇਹ ਕੁਐਸਚਨ ਤੁਹਾਨੂੰ ਵੇਖਣ ਨੂੰ ਮਿਲਣਗੇ ਇਸ ਤੋਂ ਸੰਬੰਧਿਤ। ਜੇਕਰ ਆਪਾਂ ਗੱਲ ਕਰੀਏ ਅੰਗਰੇਜ਼ੀ ਦੀ, ਇਹਦੇ ਵਿੱਚ ਗ੍ਰਾਮਰ ਆਊਗੀ ਜੀ, ਇਡੀਅਮਸ ਐਂਡ ਵੋਕੈਬਲਰੀ, ਤੁਹਾਨੂੰ ਪੈਰਾਗ੍ਰਾਫ ਵੀ ਵੇਖਣ ਨੂੰ ਮਿਲ ਸਕਦਾ, ਕੋਰਿਲੇਸ਼ਨ ਐਂਡ ਪੰਕਚੁਏਸ਼ਨ, ਰਿਟਨ ਕੰਪਰੀਹੈਂਸ਼ਨ ਆਪਾਂ ਪੈਰਾਗ੍ਰਾਫ ਦੀ ਗੱਲ ਕਰ ਹੀ ਚੁੱਕੇ ਹਾਂ। ਪੰਜਾਬੀ ਦੀ ਜੇਕਰ ਆਪਾਂ ਗੱਲ ਕਰੀਏ, ਇਹਦੇ ਵਿੱਚ ਗ੍ਰਾਮਰ ਪੁੱਛੀ ਜਾ ਸਕਦੀ ਆ, ਇਡੀਅਮਸ ਪੁੱਛੇ ਜਾ ਸਕਦੇ ਨੇ, ਵੋਕੈਬਲਰੀ ਪੁੱਛੀ ਜਾ ਸਕਦੀ ਹੈ, ਕੋਰਿਲੇਸ਼ਨ, ਪੰਕਚੁਏਸ਼ਨ ਤੇ ਰਿਟਨ ਕੰਪਰੀਹੈਂਸ਼ਨ। ਇਹ ਦੋਸਤੋ ਕੁਝ ਚੀਜ਼ਾਂ ਸੀਗੀਆਂ ਜਿਹੜੀਆਂ ਕਿ ਮੈਂ ਤੁਹਾਨੂੰ ਕਲੀਅਰਲੀ ਤੌਰ ਤੇ ਦੱਸ ਦਿੱਤੀਆਂ ਨੇ। ਬਾਕੀ ਤੁਹਾਡਾ ਲਾਸਟ ਤੇ ਕੋਈ ਹੋਰ ਵੀ ਡਾਊਟ ਹੋਵੇ ਤੁਸੀਂ ਉਹ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ। ਤੁਸੀਂ ਮੈਨੂੰ WhatsApp ਤੇ ਵੀ ਮੈਸੇਜ ਕਰ ਸਕਦੇ ਹੋ ਜੇਕਰ ਤੁਹਾਨੂੰ ਕੋਈ ਹੋਰ ਵੀ ਸਮੱਸਿਆ ਆਉਂਦੀ ਹੋਵੇ। ਆਪਣਾ ਜਿਹੜਾ ਚੈਨਲ ਹੈ ਜੀ ਇਹ ਕੰਪਲੀਟਲੀ ਫ੍ਰੀ ਹੈ। ਜੇਕਰ ਤੁਹਾਨੂੰ ਕੱਲ ਨੂੰ ਹੋਰ ਵੀ ਕੋਈ ਸਮੱਸਿਆ ਆਉਂਦੀ ਹੈ ਅਸੀਂ ਤੁਹਾਡੀ ਹੈਲਪ ਲਈ ਆਲਵੇਜ਼ ਰੈਡੀ ਹੈਗੇ ਹਾਂ। ਸੋ ਦੋਸਤੋ ਇਜਾਜ਼ਤ ਦਿਓ। ਇਸ ਤਰ੍ਹਾਂ ਦੀਆਂ ਜਿਹੜੀਆਂ ਇੰਟਰਸਟਿੰਗ ਵੀਡੀਓਜ਼ ਨੇ ਜੀ ਉਹ ਅਸੀਂ ਬਣਾਉਂਦੇ ਰਹਿੰਦੇ ਆਪਣੇ ਚੈਨਲ ਤੇ। ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਵੀਡੀਓ ਨੂੰ ਆਪਦੇ ਦੋਸਤਾਂ ਤੱਕ ਸ਼ੇਅਰ ਕਰ ਦਿਓ, ਵੀਡੀਓ ਨੂੰ ਲਾਈਕ ਵੀ ਜਰੂਰ ਕਰ ਦਿਓ। ਚੈਨਲ ਤੇ ਨਵੇਂ ਹੋ, ਚੈਨਲ ਨੂੰ ਹਜੇ ਵੀ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਚੈਨਲ ਨੂੰ ਤੇ ਜਿਹੜਾ ਸਬਸਕ੍ਰਾਈਬ ਬਟਨ ਹੈ ਉਹਨੂੰ ਜਰੂਰ ਪ੍ਰੈਸ ਕਰ ਲਿਓ। ਸੋ ਇਸ ਦੇ ਨਾਲ ਹੀ ਆਪਾਂ ਵੀਡੀਓ ਨੂੰ ਕਰਦੇ ਹਾਂ ਖਤਮ। ਥੈਂਕ ਯੂ ਸੋ ਮਚ ਫॉर ਵਾਚਿੰਗ। ਗॉड ਬlesਸ ਯੂ।